ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੂੰ। ਤੂੰ ਠਾਕੁਰ ਊਚ ਭਗਵਾਨਾ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਸ੍ਰੀ ਕਬੀਰ ਜੀਓ ਕੇ ਪੰਚ ਪਦੇ ਨੌ ਦੁਪਦੇ ਪੰਜ। ਇਕ ਓੰਕਾਰ ਸਤਿਗੁਰ ਪ੍ਰਸਾਦ। ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ। ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਭੋਲੀ ਮਾਲਨੀ ਹੈ ਏਉ ਸਤਿਗੁਰ ਜਾਗਤਾ ਹੈ ਦਿਓ ਰਹਾਉ। ਬ੍ਰਹਮ ਪਾਤੀ ਵਿਸ਼ਨ ਡਾਰੀ ਹੂਲ ਸ਼ੰਕਰ ਦਿਓ। ਤੀਨ ਦੇਵ ਪ੍ਰਥਕ ਤੋਰਹਿ ਕਰਹਿ ਕਿਸ ਕੀ ਸੇਓ। ਪਾਖਾਨ ਗੜਕੈ ਮੂਰਤ ਕੀਨੀ ਦੇਖੈ ਛਾਤੀ ਪਾਉ। ਜੇ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ। ਪਹਾਤ ਪਹਿਤ ਅਰ ਲਾਪਸੀ ਕਰ ਕਰਾ ਕਾ ਸਾਰ। ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ। ਮਾਲਿਨ ਭੁਲੀ ਜਗ ਭੁਲਾਨਾ ਹਮ ਭੁਲਾਨੇ ਨਾਹੀਂ। ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਮਾਲਿਨ ਭੁਲੀ ਜਗ ਭੁਲਾਨਾ ਹਮ ਭੁਲਾਨੇ ਨਾਹੀਂ। ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ ਸ਼ਬਦ ਬ੍ਰਹਮ ਸਤਿਗੁਰੂ। ਧੰਨ ਧੰਨ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋਂ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ। ਸਾਨੂੰ ਸਾਰਿਆਂ ਨੂੰ ਗੁਰੂ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਇਸ ਸਥਾਨ 'ਤੇ ਚੱਲ ਰਹੀ ਹੈ। ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੀ ਵਿਚਾਰ ਅਧੀਨ ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਜਿਸ ਸ਼ਬਦ ਦੇ 5 ਪਦੇ ਹਨ ਅਤੇ ਇੱਕ ਪਦੇ ਦੇ ਅੰਦਰ 2 ਤੁਕਾਂ ਹਨ। ਇਸ ਕਰਕੇ ਸਿਰਲੇਖ ਦੇ ਵਿੱਚ ਆਸਾ ਸ੍ਰੀ ਕਬੀਰ ਜੀਓ ਕੇ 5 ਪਦੇ 9, ਇਸ ਦਾ ਅਰਥ ਹੈ ਕਿ ਅਗਲੇਰੇ 9 ਸ਼ਬਦ 5 ਪਦਿਆਂ ਦੇ ਸਿਰਲੇਖ ਹੇਠ ਇਸ ਲੜੀ ਵਿੱਚ ਦਰਜ ਹਨ। 2 ਤੁਕੇ ਦਾ ਅਰਥ ਹੈ ਕਿ ਇਹ ਜਿਹੜੇ 5 ਪਦੇ ਹਨ 2 ਤੁਕਾਂ ਵਾਲੇ ਹਨ, ਅਤੇ ਇੱਥੇ 5 ਦਾ ਅਰਥ ਹੈ ਕਿ ਅਗਲੇਰੇ 5 ਪਦਿਆਂ ਦੇ ਜੋ ਸ਼ਬਦ ਨੇ 9, ਉਹਨਾਂ ਵਿੱਚੋਂ 5 ਸ਼ਬਦ 2 ਤੁਕਾਂ ਵਾਲੇ ਹਨ। ਆਓ ਕਿ ਉਸ ਤੋਂ ਅਗਲੇਰੇ ਫਿਰ 3 ਤੁਕਾਂ ਵਾਲੇ ਜਾਂ 4 ਤੁਕਾਂ ਵਾਲੇ ਜਿਹੜੇ ਬਚਦੇ 4 ਸ਼ਬਦ ਹਨ। ਪਰ ਪਹਿਲੇ ਜਿਹੜੇ ਸ਼ਬਦ ਹਨ ਉਹਨਾਂ ਦੇ ਵਿੱਚ ਇੱਕ ਪਦੇ ਵਿੱਚ 2 ਤੁਕਾਂ ਹਨ, ਉਹ 5 ਸ਼ਬਦ ਹਨ। ਉਸ ਦੀ ਗਿਣਤੀ ਲਿਖੀ ਹੋਈ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਹੈ, ਅਕਾਲ ਪੁਰਖ ਇੱਕ ਹੈ, ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ। ਆਸਾ ਰਾਗ ਦਾ ਇਹ ਪਾਵਨ ਸ਼ਬਦ ਹੈ। ਭਗਤਾਂ ਦੀ ਬਾਣੀ ਦਾ 14ਵਾਂ ਸ਼ਬਦ ਹੈ। ਪਾਵਨ ਅੰਕ 479 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਆਓ ਪ੍ਰੇਮ ਸਹਿਤ ਜੋ ਵਿਚਾਰ ਭਗਤ ਜੀ ਨੇ ਸਾਡੇ ਸਮਕਸ਼ ਰੱਖੀ ਹੈ, ਉਸ ਵਿਚਾਰ ਨਾਲ ਜੁੜਾਂਗੇ। ਮਨੋਬਿਰਤੀਆਂ ਇਕਾਗਰ ਕਰੋ, ਗੁਰਮੰਤਰ ਦੀ ਸਾਂਝ ਕਰੋ ਪਿਆਰ ਨਾਲ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਇਸ ਸ਼ਬਦ ਰਾਹੀਂ ਭਗਤ ਕਬੀਰ ਸਾਹਿਬ ਜੀ ਨੇ ਜੋ ਮਨੁੱਖ ਪਰਮੇਸ਼ਰ ਨੂੰ ਮੂਰਤੀ ਦੇ ਰੂਪ ਦੇ ਵਿੱਚ ਪੂਜ ਰਹੇ ਸਨ ਅਤੇ ਮੂਰਤੀ ਦੇ ਉੱਤੇ ਜੋ ਫੁੱਲ ਅਰਪਣ ਕਰਦੇ ਹਨ, ਉਹਨਾਂ ਦਾ ਜ਼ਿਕਰ ਕੀਤਾ ਹੈ। ਉਹਦੇ ਵਿਚਾਰਧਾਰਾ ਸਾਨੂੰ ਇਸ ਸ਼ਬਦ ਦੇ ਰਾਹੀਂ ਸਮਝਾਈ ਕਿ ਜਗਤ ਦੇ ਬੇਅੰਤ ਜੀਵ ਉਸ ਪਰਮਾਤਮਾ ਨੂੰ ਮੂਰਤੀ ਦਾ ਰੂਪ ਸਰੂਪ ਸਮਝਦੇ ਹਨ ਅਤੇ ਉਸ ਪਰਮੇਸ਼ਰ ਦੀ ਕੁਦਰਤ ਦੇ ਵਿੱਚੋਂ ਪੱਤੇ, ਟਹਿਣੀਆਂ ਜਾਂ ਫੁੱਲ ਚੁਣ ਕੇ ਉਸ ਮਨੁੱਖ ਦੀ ਬਣਾਈ ਹੋਈ ਮੂਰਤੀ ਦੇ ਅੱਗੇ ਭੇਟਾ ਕਰਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਪਣਾ ਨਿਰਣਾ ਦੇ ਰਹੇ ਹਨ, ਆਖ ਰਹੇ ਹਨ, ਕਹਿੰਦੇ ਭੋਲੀ ਮਾਲਨੀ ਹੈ ਏਉ, ਸਤਿਗੁਰ ਜਾਗਤਾ ਹੈ ਦੇਉ। ਰਹਾਓ ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਆਖਣ ਲੱਗੇ ਇੱਕ ਨਿਰਜਿੰਦ ਮੂਰਤੀ ਦੀ ਸੇਵਾ ਕਰਕੇ ਇੱਕ ਜਿਹੜੀ ਮਾਲਣ ਹੈ ਉਹ ਭੁੱਲ ਕਰ ਰਹੀ ਹੈ। ਮਾਲਣ ਜੋ ਬਗੀਚੀ ਨੂੰ ਪਾਲਦੀ ਹੈ, ਬਗੀਚੀ ਦੀ ਪਰਵਰਿਸ਼ ਕਰਦੀ ਹੈ, ਫੁੱਲ ਤਿਆਰ ਕਰਦੀ ਹੈ, ਅਤੇ ਉਸ ਬਗੀਚੀ ਵਿੱਚੋਂ ਇੱਕ ਨਿਰਜਿੰਦ ਮੂਰਤੀ ਦੇ ਅੱਗੇ
ਆਪਣਾ ਅਕੀਦਾ ਭੇਟ ਕਰਦੀ ਹੈ ਅਤੇ ਉਸ ਨੂੰ ਨਿਰਜਿੰਦ ਮੂਰਤੀ ਹੀ ਰੱਬ ਨਜ਼ਰ ਆਉਂਦੀ, ਇਸ ਕਰਕੇ ਉਸ ਨੂੰ ਪੂਜਦੀ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਿ ਇੱਕ ਨਿਰਜਿੰਦ ਮੂਰਤੀ ਦੇ ਅੱਗੇ ਆਪਣੇ ਵੱਲੋਂ ਫੁੱਲ ਭੇਟਾ ਕਰਨੇ ਔਰ ਇਸ ਤਰੀਕੇ ਦੇ ਨਾਲ ਆਪਣਾ ਅਕੀਦਾ ਭੇਟਾ ਕਰਨਾ ਜਾਂ ਉਸ ਨੂੰ ਰੱਬ ਮੰਨਣਾ, ਕਿ ਇਹ ਜਿਹੜੀ ਮਾਲਣ ਹੈ ਇਹ ਬਹੁਤ ਵੱਡੀ ਭੁੱਲ ਕਰ ਰਹੀ ਹੈ, ਗਲਤੀ ਕਰ ਰਹੀ ਹੈ। ਕਿਉਂਕਿ ਉਹ ਜਿਹੜਾ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਸਤਿਗੁਰ ਹੈ, ਅਤੇ ਸਤਿਗੁਰ ਜਾਗਤਾ ਹੈ ਦੇਵ। ਭਾਵ ਕਿ ਅਸਲੀ ਜਿਹੜਾ ਇਸ਼ਟ ਹੈ ਸਾਡਾ ਸਾਰਿਆਂ ਦਾ, ਉਹ ਹੈ ਸਤਿਗੁਰ। ਅਤੇ ਜਿਹੜਾ ਸਤਿਗੁਰ ਹੈ ਉਹ ਜਿਉਂਦਾ ਜਾਗਦਾ ਦੇਵਤਾ ਹੈ, ਉਹ ਨਿਰਜਿੰਦ ਨਹੀਂ ਹੈ, ਉਹ ਜਿਉਂਦਾ ਜਾਗਦਾ ਹੈ, ਹਰ ਥਾਂ 'ਤੇ ਮੌਜੂਦ ਹੈ, ਹਰ ਇੱਕ ਸ਼ੈ ਦੇ ਵਿੱਚ ਬਿਰਾਜਮਾਨ ਹੈ। ਇਸ ਕਰਕੇ ਭੁਲੇਖੇ ਵਿੱਚ ਆ ਕੇ ਇੱਕ ਨਿਰਜਿੰਦ ਮੂਰਤੀ ਦੇ ਅੱਗੇ ਮਾਲਣ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਜੋ ਆਪਣਾ ਅਕੀਦਾ ਭੇਟ ਕਰ ਰਹੀ ਹੈ, ਕਬੀਰ ਸਾਹਿਬ ਕਹਿੰਦੇ ਉਹ ਭੁੱਲ ਕਰ ਰਹੀ ਹੈ। ਔਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਇਹ ਜਿਹੜੀ ਭੁੱਲ ਹੈ ਅਸੀਂ ਵੀ ਕਈ ਵਾਰੀ ਕਰ ਰਹੇ ਹੁੰਦੇ ਹਾਂ। ਕਿਉਂਕਿ ਜਦੋਂ ਸਾਨੂੰ ਆਪਣਾ ਸਿਧਾਂਤ, ਗੁਰੂ ਸਾਹਿਬ ਜੀ ਦਿੱਤੀ ਹੋਈ ਫਿਲੋਸਫੀ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਜਦੋਂ ਸਾਡੇ ਜ਼ਿਹਨ ਵਿੱਚ ਨਹੀਂ ਹੁੰਦੀ ਤਾਂ ਨਾ ਕਿਤੇ ਅਸੀਂ ਵੀ ਉਹੀ ਕਰਮ ਕਾਂਡ ਕਰ ਰਹੇ ਹੁੰਦੇ ਹਾਂ। ਇੱਕ ਪਾਸੇ ਸਿੱਖ ਪੜ੍ਹਦਾ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਦੂਜੇ ਪਾਸੇ ਤਕਰੀਬਨ ਕੋਈ ਘਰ ਵਿਰਲਾ ਹੀ ਹੋਏਗਾ ਜਿੱਥੇ ਕਿ ਗੁਰੂ ਨਾਨਕ ਦੀਆਂ ਫੋਟੋਆਂ, ਗੁਰੂਆਂ ਦੀਆਂ ਫੋਟੋਆਂ, ਦੇਵੀ ਦੇਵਤਿਆਂ ਦੀ ਫੋਟੋਆਂ ਆਪਣੇ ਘਰ ਦੇ ਵਿੱਚ ਲਾ ਕੇ ਸਿੱਖ ਦੀਵੇ ਨਹੀਂ ਜਗਾ ਰਹੇ ਜਾਂ ਸਿੱਖ ਪੂਜਾ ਨਹੀਂ ਕਰ ਰਹੇ। ਇੱਥੇ ਤੱਕ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇਸ ਤਰ੍ਹਾਂ ਹੀ ਪੂਜ ਰਿਹਾ ਜਿਵੇਂ ਕੋਈ ਪੱਥਰ ਦੀ ਮੂਰਤੀ ਦੀ ਪੂਜਾ ਕਰਦਾ ਹੈ। ਇਸ ਕਰਕੇ ਕਬੀਰ ਸਾਹਿਬ ਜੀ ਨੇ ਗੱਲ ਇੱਕ ਮਾਲਣ ਦੀ ਕੀਤੀ, ਪਰ ਸਮਝਾਉਣਾ ਸਾਨੂੰ ਚਾਹੁੰਦੇ ਹਨ। ਆਖਣ ਲੱਗੇ ਜਦੋਂ ਮੈਂ ਦੇਖਦਾ ਹਾਂ ਕਿ ਇਹ ਇੱਕ ਨਿਰਜਿੰਦ ਮੂਰਤੀ ਦੇ ਅੱਗੇ ਔਰ ਇਹ ਭੇਟਾਵਾਂ ਕਰਦੀ ਹੈ, ਫੁੱਲ ਭੇਟਾ ਕਰਦੀ ਹੈ ਜਾਂ ਉਸ ਦੀ ਸੇਵਾ ਕਰਦੀ ਹੈ ਮੂਰਤੀ ਦੀ, ਤਾਂ ਉਹ ਬਹੁਤ ਵੱਡੀ ਭੁੱਲ ਕਰ ਰਹੀ ਹੈ। ਕਿਉਂਕਿ ਜਿਹੜਾ ਅਸਲ ਇਸ਼ਟ ਹੈ ਸਾਡਾ ਸਾਰਿਆਂ ਦਾ, ਉਹ ਸਤਿਗੁਰੂ ਹੈ ਅਤੇ ਉਹ ਜਿਉਂਦਾ ਜਾਗਦਾ ਦੇਵਤਾ ਹੈ। ਇਹ ਗੱਲ ਯਾਦ ਰੱਖਣਾ ਜੀਵਨ ਦੇ ਵਿੱਚ, ਜਦੋਂ ਆਪਾਂ ਕਹਿੰਦੇ ਹਾਂ ਕਿ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਆਦਿ ਦਾ ਅਰਥ ਹੈ ਸੰਸਾਰ ਦਾ ਮੁੱਢ। ਆਦਿ ਤੋਂ ਲੈ ਕੇ ਅੰਤ ਤੱਕ ਇੱਕੋ ਹੀ ਅਵਤਾਰ ਹੈ, ਇੱਕੋ ਹੀ ਹਸਤੀ ਹੈ, ਉਹੀ ਸਾਡਾ ਗੁਰੂ ਹੈ। ਅਤੇ ਇੱਕੋ ਹਸਤੀ ਉਹ ਅਕਾਲ ਪੁਰਖ ਵਾਹਿਗੁਰੂ ਹੈ, ਪਰਮੇਸ਼ਰ ਹੈ, ਜਿਹੜੀ ਸਦੀਵ ਕਾਲੀ ਹੈ। ਉਹੀ ਸਾਡਾ ਸਾਰਿਆਂ ਦਾ ਗੁਰੂ ਹੈ, ਉਹੀ ਸਾਰਿਆਂ ਦਾ ਇਸ਼ਟ ਹੈ, ਉਹੀ ਸਾਡਾ ਦੇਵਤਾ ਹੈ, ਉਹੀ ਪੂਜਨਯੋਗ ਹੈ। ਕਿਉਂਕਿ ਜਿਤਨੀ ਵੀ ਗੁਰਬਾਣੀ ਹੈ ਇਹ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਦੀ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਇਹ ਅੰਮ੍ਰਿਤ ਬੋਲ ਸ਼ਬਦ ਦੇ ਰੂਪ ਦੇ ਵਿੱਚ ਪ੍ਰਗਟ ਹੋਏ, ਗਿਆਨ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਅਤੇ ਇਹ ਬੋਲ ਸਾਰੇ ਉਸ ਸਤਿਗੁਰੂ ਕੋਲੋਂ ਆਏ, ਜਿਹਨੂੰ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਵੀ ਜਿਸ ਤਰ੍ਹਾਂ ਖਸਮ ਦੀ ਬਾਣੀ ਆਈ ਅਤੇ ਉਹ ਗਿਆਨ ਹੈ ਭਾਈ ਲਾਲੋ ਮੈਂ ਬਿਆਨ ਕਰ ਰਿਹਾ ਹਾਂ। ਇਸ ਦਾ ਅਰਥ ਬੜਾ ਸਪਸ਼ਟ ਹੈ ਕਿ ਇਹ ਜਿਹੜਾ ਗਿਆਨ ਹੈ, ਇਹ ਜਿਹੜਾ ਸ਼ਬਦ ਹੈ, ਇਹ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਸਤਿਗੁਰ ਨੇ ਬਖਸ਼ਿਆ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਜੋ ਬਾਣੀ ਆਈ ਹੈ
उस धुर तो आई है जिहड़ा सृष्टि का धुर है, जिहड़ा सਦੀव काली है। इस करके गल विचारन वाली समझण वाली है कि साडा सबना का जिहड़ा इष्ट है वो एक अकाल पुरख वाहिगुरू है। और अकाल पुरख वाहिगुरू जिहड़ा है वो जिउंदा जागदा है, हर वेले हाज़र नाज़र है, हर थां ते मौजूद है। उस रब नूं ना थापिया जा सकता है, ना बनाया जा सकता है, ना ही किते उसकी मूर्ति लाई जा सकती है। वो हर एक थां ते सर्व व्यापक मौजूद है। और जे कोई ये जतन करे कि मैं रब की मूर्ति बनावां तो ये चलाक बंदियां दी ही देन है, क्योंकि जिहड़ा मनुख संसार दे विच अपनी चलाकी दे सदका उसने रब नूं भी एक थां ते कैद कर दिता। क्योंकि जदों ये गल का प्रचार सी, कभी ऐसा भी टाइम से जदों कहा जाता सी कि परमेश्वर जर्रे जर्रे विच है, हर एक थां ते मौजूद है, तो जिहड़ा चलाक मनुख सी उसने लोकां दे दिल दिमाग नूं चेंज करन वास्ते उस रब का घर बना दिता, जिन्हों असीं धर्मशाला कहते हाँ, मंदिर कहते हाँ, धार्मिक स्थान कहते हाँ, गुरुद्वारा कहते हाँ, गिरजाघर कहते हाँ, चर्च कहते हाँ। और बड़े ब्रॉड माइंडर होकर इस गल नूं सुनना और समझण दी यतन करना कि रब नूं एक थां ते बिठा के ये गल लोकां दे जहन विच पाएगी भी रब इत्थे ही रहिंदा है। बाकी थां जिहड़ा है वो रब दी होंद बंदे नूं ना एहसास होवे। इस करके धार्मिक स्थान कुछ विद्वानां दा ये मनना है कि ये शरारती लोकां दी देन ने कि एक थां ते मूर्ति स्थापित कर दो, एक थां ते रब नूं बैठा दो कैद करके। और बंदे ने एडी चलाकी की, रब भी अपने वर्गा बना दिता, अपनी वर्गी मूर्ति कढ़वा के मंदिर विच लवा के कह दी भी ये रब है तो इसकी पूजा करो, इस नूं पूजो, ये रब है। और जदों इस तरह असीं देखते हाँ कि रब नूं एक थां ते स्थापित करके एक जगह बना के और कहना भी इत्थे रब रहिंदा है, या जिव असीं भी सिख भी कहंदे भी मैं गुरुद्वारे खलोता झूठ नहीं बोलदा, ਜਾਂ मैं गुरुद्वारे हाँ भी इत्थे आपां ये गल ना करिए। तो गुरु नानक का गुरुद्वारा कित्थे नहीं है। गुरु नानक कहंदा हर थां ते एहसास कर मालक नूं, वो तो जर्रे जर्रे विच है, हर थां ते मौजूद है। सिख कहंदा भी आपां गुरुद्वारे विच ये गल नहीं कर सकते। तो गुरु नानक तो कहते हैं कि यह जग सच्चे की है कोठड़ी, सच्चे का विचवास। फिर आपां कित्थे गल कर सकते हैं। ये बड़ी विचारन वाली गल है। जब ये सारा ही संसार सच्चे की कोठड़ी है, सच्चे का घर है और हर थां ते सच्चे का निवास है, फिर इसका अर्थ स्पष्ट हो जाता है कि जो गल असी गुरुद्वारे नहीं कर सकते वो सानू किते भी नहीं करनी चाहिए। जो गल असी मंदिर विच बैठ के नहीं कर सकते वो गल सानू किते भी नहीं करनी चाहिए। जो गल गिरजाघर विच बैठ के नहीं कर सकते वो किते भी नहीं करनी चाहिए। जो गल मसीत विच बैठ के नहीं की जा सकती वो गल किते भी नहीं की जा सकती, क्योंकि हर थां ते वो रब जिहड़ा है वो मौजूद है। इस करके गुरबाणी आखदी है कि उस परमात्मा नूं एक थां ते कैद नहीं किया जा सकता। निर्जिंद चीज़ नूं थापिया जा सकता, एक थां ते कैद करके बैठाया जा सकता। जिहड़ी सरजिंद है, जिहड़ी जागदी हस्ती है, उसनूं एक थां ते कैद नहीं किया जा सकता। इस करके भगत कबीर साहब जी ने अज दे शबद दे विच लोकां नूं ये ज्ञान बख्शिया कि जिहड़ा असली इष्ट सतगुर है वो जिउंदा जागदा देवता है, हर थां ते मौजूद है। पर जिसनूं रब समझ के पूजा जा रहा है तो असल दे विच कहंदे ये मालन जिहड़ी है वो बहुत वड्डी भुल कर रही है। मालन का जिक्र करते हुए समझाना सानू चाह रहे हैं भी असीं कितनी वड्डी भुल कर रहे हैं कि रब नूं एक थां समझ के उसकी पूजा कर रहे हैं।
ਕਿ ਇੱਥੇ ਰੱਬ ਰਹਿੰਦਾ ਹੈ। ਗੁਰਦੁਆਰੇ ਤਾਂ ਬਣੇ ਹੀ ਇਸ ਕਰਕੇ ਸਨ ਕਿ ਰੱਬ ਦਾ ਇਹ ਅਹਿਸਾਸ ਲੈਣਾ ਕਿ ਰੱਬ ਜਰਰੇ ਜਰਰੇ ਵਿੱਚ ਹੈ, ਹਰ ਥਾਂ 'ਤੇ ਮੌਜੂਦ ਹੈ। ਇਹ ਗੱਲ ਸਿੱਖਣ ਵਾਸਤੇ ਆਪਾਂ ਇਸ ਚਾਰ ਦੀਵਾਰੀ ਵਿੱਚ ਆਉਂਦੇ ਹਾਂ। ਗੁਰਦੁਆਰੇ ਆਉਣ ਦਾ ਮਕਸਦ ਹੀ ਇਹ ਹੈ ਕਿ ਜਹ ਜਹ ਪੇਖੋਂ ਤਹ ਹਜੂਰ, ਦੂਰ ਕਤਹੁ ਨਾ ਜਾਈ, ਰੱਬ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ। ਇਹ ਸਿੱਖਣ ਵਾਸਤੇ ਆਪਾਂ ਇੱਥੇ ਆਉਂਦੇ ਹਾਂ, ਨਾ ਕਿ ਇੱਥੇ ਇਕੱਲਾ ਗੁਰਦੁਆਰੇ ਵਿੱਚ ਸਾਡਾ ਰੱਬ ਹੈ। ਗੁਰਦੁਆਰੇ ਇਹ ਗੱਲ ਸਿੱਖਣੀ ਹੈ ਸਿੱਖ ਨੇ। ਗੁਰਦੁਆਰੇ ਇਹ ਗੱਲ ਸਿੱਖਣ ਹੀ ਆਉਂਦੇ ਆ ਕਿ ਜਲ ਥਲ ਮਹੀਲ ਪੂਰਿਆ, ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ। ਉਹ ਹਰ ਥਾਂ 'ਤੇ ਮੌਜੂਦ ਹੈ ਅਤੇ ਉਸਨੂੰ ਪਕੜ ਕੇ ਨਹੀਂ ਬਿਠਾਇਆ ਜਾ ਸਕਦਾ, ਉਸਨੂੰ ਕੈਦ ਨਹੀਂ ਕੀਤਾ ਜਾ ਸਕਦਾ। ਰੱਬ ਜੀ ਨੂੰ ਕੈਦ ਨਹੀਂ ਕਰ ਸਕਦੇ। ਅਤੇ ਮੂਰਤੀ ਨੂੰ ਪੱਥਰ ਦੀ ਘੜ ਕੇ ਕਿਤੇ ਵੀ ਲਾਈ ਜਾ ਸਕਦੀ ਹੈ, ਕਿਤੇ ਵੀ ਉਹਨੂੰ ਬਿਠਾਇਆ ਜਾ ਸਕਦਾ ਹੈ, ਕਿਤੇ ਵੀ ਉਸਨੂੰ ਕੈਦ ਕੀਤਾ ਜਾ ਸਕਦਾ ਹੈ, ਕਿਉਂਕਿ ਜਿਹੜਾ ਪੱਥਰ ਹੈ ਉਹ ਕੁਛ ਬੋਲਦਾ ਨਹੀਂ ਹੈ, ਪੱਥਰ ਕੁਝ ਦੱਸਦਾ ਨਹੀਂ ਹੈ। ਤਾਂ ਹੀ ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਕਾਹੇ ਕੋ ਪੂਜਤ ਪਹਨ ਕੋ ਕਛ ਪਹਨ ਮੈਂ ਪਰਮੇਸ਼ਰ ਨਾਹੀ। ਇਹ ਪੱਥਰ ਨੂੰ ਕਿਉਂ ਪੂਜੀ ਜਾ ਰਹੇ? ਪੱਥਰ ਦੀ ਪੂਜਾ ਕਿਉਂ ਕਰ ਰਹੇ? ਮੂਰਤੀ ਦੀ ਪੂਜਾ ਕਿਉਂ ਕਰ ਰਹੇ? ਪਹਨ ਪਰਮੇਸ਼ਰ ਨਹੀਂ ਹੈ, ਪੱਥਰ ਪਰਮੇਸ਼ਰ ਨਹੀਂ ਹੈ। ਪੱਥਰ ਵਿੱਚ ਪਰਮੇਸ਼ਰ ਹੋ ਸਕਦਾ ਕਿਉਂਕਿ ਜਰੇ ਜਰੇ ਵਿੱਚ ਹੈ, ਪਰ ਜੇ ਪੱਥਰ ਨੂੰ ਪਰਮੇਸ਼ਰ ਕਹੀਏ ਕਹਿੰਦੇ ਤੇ ਭੁੱਲ ਕਰ ਰਹੇ ਅਸੀਂ, ਔਰ ਬਹੁਤ ਵੱਡੀ ਭੁੱਲ ਕਰ ਰਹੇ ਹਾਂ। ਹੁਣ ਜੋ ਉਸ ਕਨਸੈਪਟ ਨੂੰ ਮੁੱਖ ਰੱਖ ਕੇ ਭਗਤ ਕਬੀਰ ਸਾਹਿਬ ਜੀ ਨੇ ਇਹ ਸਿਧਾਂਤਿਕ ਪੱਖ ਸਾਡੇ ਸਾਹਮਣੇ ਰੱਖੇ। ਕਹਿਣ ਲੱਗੇ, ਕਹਿੰਦੇ ਅਸੀਂ ਜਦੋਂ ਦੇਖਦੇ ਹਾਂ ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ। ਜਿਸ ਬੁੱਤ ਘਾੜੇ ਨੇ ਇੱਕ ਬੁੱਤ ਨੂੰ ਘੜਿਆ, ਪੱਥਰ ਨੂੰ ਤੋੜਿਆ, ਉਹਨੂੰ ਤਰਾਸਿਆ, ਪੱਥਰ ਵਿੱਚੋਂ ਇੱਕ ਸੋਨੇ ਦੀ ਸ਼ਕਲ ਬਣਾ ਦਿੱਤੀ। ਉਸ ਸ਼ਕਲ ਨੂੰ ਭਗਵਾਨ ਕਹਿ ਕੇ, ਰੱਬ ਕਹਿ ਕੇ ਇੱਕ ਥਾਂ 'ਤੇ ਸਥਾਪਿਤ ਕਰ ਦਿੱਤਾ ਅਤੇ ਉਸ ਰੱਬ ਨੂੰ ਮਨਾਉਣ ਵਾਸਤੇ, ਪ੍ਰਸੰਨ ਕਰਨ ਵਾਸਤੇ ਵੀ ਸ਼ਾਇਦ ਸਾਡੇ ਕਿਸੇ ਤਰੀਕੇ ਦੇ ਨਾਲ, ਕਿਸੇ ਕਰਮ ਦੇ ਨਾਲ ਇਹ ਜਿਹੜੀ ਰੱਬ ਦੀ ਮੂਰਤੀ ਇਹ ਪ੍ਰਸੰਨ ਹੋ ਜਾਏ। ਇਸ ਕਰਕੇ ਕਹਿੰਦੇ ਮਾਲਣ ਕੀ ਕਰਦੀ ਹੈ, ਮੂਰਤੀ ਅੱਗੇ ਭੇਟਾ ਕਰਨ ਲਈ ਮਾਲਣ ਪੱਤਰ ਤੋੜਦੀ ਹੈ, ਪੱਤੇ ਤੋੜਦੀ ਹੈ, ਉਹ ਪੱਤੇ ਤੋੜ ਕੇ ਲੈ ਕੇ ਆਉਂਦੀ ਹੈ। ਪਰ ਇਹ ਗੱਲ ਉਹ ਜਾਣਦੀ ਨਹੀਂ ਹੈ ਕਿ ਹਰੇਕ ਪੱਤਰ ਵਿੱਚ ਜਿੰਦ ਹੈ। ਪਾਤੀ ਤੋੜੈ ਮਾਲਨੀ, ਪੱਤੇ ਨੂੰ ਤੋੜ ਰਹੀ ਹੈ ਉਹ ਮਾਲਣ, ਔਰ ਇਹ ਗੱਲ ਜਾਣਦੀ ਨਹੀਂ, ਇਸ ਨੂੰ ਅਹਿਸਾਸ ਨਹੀਂ ਹੈ। ਪਾਤੀ ਪਾਤੀ ਜੀਓ, ਜੀਓ ਦਾ ਅਰਥ ਹੈ ਹਰ ਇੱਕ ਪੱਤੇ ਵਿੱਚ ਜਿੰਦ ਹੈ। ਮੈਂ ਕਈ ਵਾਰੀ ਬੇਨਤੀ ਕਰਦਾ ਹਾਂ, ਉਸ ਮਾਲਕ ਦੀ ਬਣਾਈ ਇਸ ਪਿਆਰੀ ਕੁਦਰਤ ਨੂੰ ਨੇੜੇ ਹੋ ਕੇ ਤੱਕਿਆ ਕਰੋ। ਜਦੋਂ ਅਸੀਂ ਰੁੱਖ ਨਾਲੋਂ ਪੱਤੇ ਨੂੰ ਜੁਦਾ ਕਰਦੇ ਹਾਂ ਤਾਂ ਉਸ ਦੇ ਵਿੱਚੋਂ ਪਾਣੀ ਨਿਕਲਦਾ ਹੈ। ਸਿਆਣੇ ਕਵੀਆਂ ਦਾ ਅਹਿਸਾਸ ਹੈ ਕਿ ਉਹ ਪੱਤਾ ਜਿੱਥੋਂ ਟੁੱਟਿਆ ਉਹ ਟਹਿਣੀ ਦੋਵੇਂ ਰੋ ਰਹੇ ਹਨ। ਪੱਤਾ ਵੀ ਰੋ ਰਿਹਾ ਹੈ, ਟਹਿਣੀ ਵੀ ਰੋ ਰਹੀ ਹੈ ਕਿ ਮੈਨੂੰ ਅਸਲੇ ਨਾਲੋਂ ਤੂੰ ਜੁਦਾ ਕਰ ਦਿੱਤਾ, ਕਿਉਂਕਿ ਮੇਰਾ ਅਸਲਾ ਇਹ ਟਹਿਣੀ ਸੀ, ਇਹ ਰੁੱਖ ਸੀ। ਔਰ ਪੀਪਲ ਦੇ ਪੱਤੇ ਨੂੰ ਤੋੜੋ ਤਾਂ ਅਸੀਂ ਦੇਖਦੇ ਹਾਂ ਕਿ ਦੋਨਾਂ ਥਾਵਾਂ 'ਤੇ ਦੁੱਧ ਨਿਕਲਦਾ, ਟਹਿਣੀ ਵਿੱਚੋਂ ਵੀ ਦੁੱਧ ਨਿਕਲਦਾ, ਪੀਪਲ ਦੇ ਪੱਤੇ ਦੇ ਜਿੱਥੋਂ ਟੁੱਟਦਾ ਉੱਥੋਂ ਵੀ ਦੁੱਧ ਨਿਕਲਦਾ। ਕਵੀਆਂ ਨੇ ਇਸ ਨੂੰ ਅਹਿਸਾਸ ਕਰਕੇ ਕਿਹਾ ਕਿ ਇਹ ਜਿਹੜਾ ਸਰਜਿੰਦ ਸੀ ਔਰ ਇਹ ਇਹਨਾਂ ਦੇ ਅੰਦਰ ਜਿੰਦ ਹੈ, ਇਸ ਕਰਕੇ ਇਹ ਦੋਨਾਂ ਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਇਹ ਜਿੰਦ ਹੋਣ ਕਰਕੇ ਪੱਤੇ ਨੂੰ ਤੋੜਨਾ ਇੱਕ ਬਹੁਤ ਵੱਡਾ ਗੁਨਾਹ ਕਰਨਾ ਹੈ। ਪਰ ਭੁੱਲੀ ਹੋਈ ਮਾਲਣ ਅਗਿਆਨਤਾ ਵਸ, ਗਿਆਨ ਨਾ ਹੋਣ ਕਰਕੇ, ਕੁਦਰਤ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ, ਕੁਦਰਤ ਦਾ ਸਹੀ ਅਹਿਸਾਸ ਨਾ ਹੋਣ ਕਰਕੇ ਵੀ ਉਸ ਕੁਦਰਤ ਦਾ ਆਪਾਂ ਅਹਿਸਾਸ ਕਰੀਏ।
ਜਿਹੜੀ ਵਾਹਿਗੁਰੂ ਜੀ ਨੇ ਇੱਕ ਕੁਦਰਤ ਬਣਾਈ ਹੈ। ਕਹਿੰਦੇ ਉਹ ਫਿਰ ਉਸ ਨੂੰ ਅਹਿਸਾਸ ਨਹੀਂ ਕਰਦੀ ਅਤੇ ਉਹਨੂੰ ਲੱਗਦਾ ਹੈ ਵੀ ਜਿਹੜੀ ਪੱਥਰ ਦੀ ਬਣੀ ਹੋਈ ਮੂਰਤੀ ਹੈ, ਇਸ ਪੱਥਰ ਨੂੰ ਜਾਂ ਪੱਤੇ ਨੂੰ ਤੋੜ ਕੇ ਜਦੋਂ ਮੈਂ ਭੇਟਾ ਕਰਾਂਗੀ ਤਾਂ ਇਹ ਮੂਰਤੀ ਖੁਸ਼ ਹੋ ਜਾਵੇਗੀ, ਮੈਨੂੰ ਕੋਈ ਵਰ ਦੇ ਦੇਵੇਗੀ। ਇਸ ਕਰਕੇ ਕਬੀਰ ਸਾਹਿਬ ਨੇ ਉਸ ਦ੍ਰਿਸ਼ ਨੂੰ ਸਾਡੇ ਸਾਹਮਣੇ ਪੇਸ਼ ਕੀਤਾ। ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਆਖਣ ਲੱਗੇ, ਕਹਿੰਦੇ ਜਿਸ ਪੱਤੇ ਨੂੰ ਤੋੜਿਆ ਔਰ ਜਿਸ ਪੱਥਰ ਦੀ ਮੂਰਤੀ ਵਾਸਤੇ, ਮੂਰਤੀ ਦੀ ਖਾਤਰ ਉਸਨੇ ਪੱਥਰ ਨੂੰ ਤੋੜਿਆ ਨਾ, ਕਹਿੰਦੇ ਉਹ ਪੱਥਰ ਦੀ ਮੂਰਤੀ ਤਾਂ ਨਿਰਜਿੰਦ ਹੈ। ਪਰ ਮਾਲਣ ਨੇ ਅਗਿਆਨਤਾ ਵਸ ਸਰਜਿੰਦ ਨੂੰ ਤੋੜ ਕੇ ਬੜਾ ਵੱਡਾ ਪਾਪ ਕੀਤਾ, ਉਸ ਨੂੰ ਆਪਣੇ ਅਸਲੇ ਨਾਲੋਂ ਜੁਦਾ ਕਰ ਦਿੱਤਾ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿਸੇ ਨੂੰ ਤੋੜਨਾ ਬਹੁਤ ਵੱਡਾ ਪਾਪ ਹੈ, ਜੋੜਨਾ ਬਹੁਤ ਵੱਡਾ ਪੁੰਨ ਹੈ। ਪਰ ਉਹਨੂੰ ਇੱਕ ਭੁਲੇਖਾ ਸੀ ਵੀ ਸ਼ਾਇਦ ਇਸ ਕਿਰਿਆ ਦੇ ਕੀਤਿਆਂ ਇਹ ਜਿਹੜੀ ਪੱਥਰ ਦੀ ਮੂਰਤੀ ਹੈ ਇਹ ਖੁਸ਼ ਹੋ ਕੇ ਮੈਨੂੰ ਵਰ ਦੇ ਦੇਵੇਗੀ। ਉਸ ਦੀ ਵਿਆਖਿਆ ਅੱਗੇ ਇਸ ਤਰ੍ਹਾਂ ਕਰਨ ਲੱਗੇ, ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਇਸ ਭੁੱਲੀ ਹੋਈ ਮਾਲਣ ਨੇ ਉਸ ਨੂੰ ਅਹਿਸਾਸ ਨਾ ਕੀਤਾ ਔਰ ਪੱਥਰ ਦੀ ਮੂਰਤੀ ਖਾਤਰ ਉਸਨੇ ਪੱਥਰ ਤੋੜ ਲਿਆ, ਅਰਪਣ ਕਰ ਦਿੱਤਾ, ਪਰ ਕਿਤਨਾ ਵੱਡਾ ਗੁਨਾਹ ਕੀਤਾ। ਕਹਿਣ ਲੱਗੇ, ਬ੍ਰਹਮ ਪਾਤੀ ਵਿਸ਼ਨ ਡਾਰੀ ਹੂਲ ਸ਼ੰਕਰ ਦਿਓ। ਆਖਣ ਲੱਗੇ ਕਬੀਰ ਸਾਹਿਬ, ਹੇ ਮਾਲਣ, ਆਵਾਜ਼ ਮਾਰ ਰਹੇ ਨੇ, ਅਹਿਸਾਸ ਕਰਾਉਣਾ ਚਾਹੁੰਦੇ ਨੇ। ਮਾਲਣ ਨੂੰ ਸੰਬੋਧਨ ਹੈ ਪਰ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਨੇ, ਕਿਉਂਕਿ ਕੁਝ ਸ਼ਬਦ ਐਸੇ ਨੇ ਜਿਹੜੇ ਕਿਸੇ ਨੂੰ ਮੁੱਖ ਰੱਖ ਕੇ ਉਚਾਰਨ ਕੀਤੇ ਗਏ, ਕਿਸੇ ਦਾ ਨਾਮ ਲੈ ਕੇ ਉਚਾਰਨ ਕੀਤੇ ਗਏ, ਪਰ ਅਸੀਂ ਸਾਰੇ ਹੀ ਇੱਥੇ ਮਾਲਣ ਦੀ ਤਰ੍ਹਾਂ ਹਾਂ। ਇਸ ਕਰਕੇ ਕਬੀਰ ਸਾਹਿਬ ਕਹਿੰਦੇ, ਹੇ ਮਾਲਣ, ਦੇਖ ਤਾਂ ਸਹੀ, ਕਦੀ ਵਿਚਾਰ ਕਰਦੀ। ਕਹਿੰਦੇ ਨੇ ਬ੍ਰਹਮ ਪਾਤੀ, ਕਹਿੰਦੇ ਪੱਤਰ ਜਿਹੜੇ ਨੇ ਉਹ ਬ੍ਰਹਮਾ ਦਾ ਰੂਪ ਹਨ। ਇਹ ਬੜੀ ਡੂੰਘੀ ਫਿਲੋਸਫੀ ਹੈ। ਕਦੇ ਧਿਆਨ ਨਾਲ ਕੋਈ ਵੀ ਬੂਟਾ ਜੰਮਦਾ ਹੈ, ਉਹਨੂੰ ਧਿਆਨ ਨਾਲ ਦੇਖਣਾ। ਸਭ ਤੋਂ ਪਹਿਲਾਂ ਪੱਤੇ ਦਾ ਜਨਮ ਹੁੰਦਾ ਹੈ, ਸਭ ਤੋਂ ਪਹਿਲਾਂ ਕਿਸੇ ਵੀ ਬੂਟੇ ਨੂੰ ਕਦੀ ਜੰਮਦੇ ਵੇਖਣਾ, ਸਭ ਤੋਂ ਪਹਿਲਾਂ ਜੋ ਕੋਈ ਜਨਮ ਹੋ ਰਿਹਾ ਉਸ ਦੇ ਵਿੱਚੋਂ ਪੱਤੇ ਦਾ ਜਨਮ ਹੋ ਰਿਹਾ ਹੈ। ਪੱਤੇ ਤੋਂ ਬਾਅਦ ਟਹਿਣੀ ਬਣਦੀ ਹੈ, ਟਹਿਣੀ ਤੋਂ ਬਾਅਦ ਫੁੱਲ ਬਣਦੇ ਨੇ, ਰੁੱਖ ਵੱਡਾ ਹੋ ਜਾਂਦਾ ਹੈ। ਔਰ ਜੋ ਸਾਡੇ ਦੇਸ਼ ਦੇ ਵਿੱਚ ਜਿਹੜੀ ਇੱਕ ਮਨੋਜ ਚਲੀ ਆ ਰਹੀ ਸੀ ਅਤੇ ਲੋਕ ਬ੍ਰਹਮਾ ਜੀ ਨੂੰ ਕਹਿੰਦੇ ਸਨ ਕਿ ਉਹ ਜਨਮਦਾਤਾ ਹੈ, ਵੀ ਜੇ ਤੇਰੇ ਮੁਤਾਬਕ ਮਾਲਣ ਦੇਖੀਏ ਤਾਂ ਤੂੰ ਪੱਤੇ ਨੂੰ ਤੋੜਿਆ ਤਾਂ ਇਹ ਸਮਝ ਕਿ ਤੂੰ ਪੱਤਰ ਜਿਹੜਾ ਉਹ ਬ੍ਰਹਮਾ ਦਾ ਸਰੂਪ ਹੈ, ਤੂੰ ਬ੍ਰਹਮਾ ਨੂੰ ਤੋੜ ਲਿਆ। ਵਿਸ਼ਨ ਡਾਰੀ, ਵਿਸ਼ਨ ਦਾ ਅਰਥ ਹੈ ਵਿਸ਼ਨੂੰ ਜਿਹੜੀ ਹੈ ਉਹ ਟਹਿਣੀ ਹੈ, ਡਾਲੀ ਦਾ ਅਰਥ ਹੁੰਦਾ ਟਹਿਣੀ। ਕਹਿੰਦੇ ਵਿਸ਼ਨੂੰ ਜਿਹੜਾ ਹੈ ਉਹ ਟਹਿਣੀ ਦਾ ਸਰੂਪ ਹੈ, ਕਿਉਂਕਿ ਜਿਹੜੀ ਟਹਿਣੀ ਹੈ ਉਹੀ ਅੱਗੇ ਫਿਰ ਅਗਲੇ ਪੱਤਿਆਂ ਨੂੰ ਰਿਜ਼ਕ ਦਿੰਦੀ ਹੈ, ਫੁੱਲਾਂ ਨੂੰ ਰਿਜ਼ਕ ਦਿੰਦੀ ਹੈ। ਬਹੁਤ ਡੂੰਘੀ ਫਿਲਾਸਫੀ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਾਡੇ ਜਿਹਨ ਨਸੀਨ ਕੀਤੀ ਹੈ, ਕਿਤੇ ਅਸੀਂ ਇਹਨੂੰ ਸਮਝ ਲਈਏ ਥੋੜ੍ਹੀ ਗੱਲ ਨੂੰ। ਵਿਸ਼ਨੂੰ ਨੂੰ ਰਿਜ਼ਕ ਦਾਤਾ ਕਿਹਾ ਜਾਂਦਾ ਹੈ ਅਤੇ ਰੁੱਖ ਦੀ ਜਿਹੜੀ ਟਹਿਣੀ ਹੈ ਉਹ ਸਾਰੇ ਰੁੱਖ ਦੀ ਕੀ ਹੈ, ਰਿਜ਼ਕ ਦਾਤਾ ਹੈ, ਕਿਉਂਕਿ ਟਹਿਣੀ ਦੇ ਰਾਹੀਂ ਪੱਤਿਆਂ ਦੇ ਵਿੱਚ ਵੀ ਰਿਜ਼ਕ ਜਾ ਰਿਹਾ, ਫੁੱਲਾਂ ਦੇ ਵਿੱਚ ਵੀ ਰਿਜ਼ਕ ਜਾ ਰਿਹਾ। ਟਹਿਣੀ ਨਾ ਹੋਵੇ, ਉਹ ਮੁੱਢ ਨਾ ਬਣੇ, ਜਾਂ ਜੜ ਥੱਲਿਓਂ ਸੁੱਕ ਜਾਏ ਤਾਂ ਪੱਤੇ ਵੀ ਸੁੱਕ ਜਾਂਦੇ ਨੇ, ਫੁੱਲ ਵੀ ਸੁੱਕ ਜਾਂਦੇ ਹਨ। ਇਸ ਕਰਕੇ ਇੱਕ ਅਹਿਸਾਸ ਕਰਾਉਣ ਵਾਸਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਵੀ ਤੇਰੀ ਗੱਲ ਮੰਨ ਲਈਏ ਜਦੋਂ ਤੂੰ ਕਹਿੰਦੀ ਹੈ ਤਾਂ ਇਹ ਜਿਹੜੀ ਟਹਿਣੀ ਹੈ ਇਹ ਤਾਂ ਵਿਸ਼ਨੂੰ ਦਾ ਰੂਪ ਹੈ ਜੋ ਇਸ ਰੁੱਖ ਨੂੰ ਪਾਲ ਰਹੀ ਹੈ। ਅਤੇ ਫੂਲ ਸ਼ੰਕਰ ਦਿਓ, ਜਿਹੜਾ ਫੁੱਲ ਹੈ
ਕਹਿੰਦੇ ਉਹ ਸ਼ੰਕਰ ਦਾ ਅਰਥ ਸ਼ਿਵ ਜੀ ਦਾ ਸਰੂਪ ਹੈ। ਫੁੱਲ ਸ਼ਿਵ ਸਰੂਪ ਹੈ, ਕਿਉਂਕਿ ਰੁੱਖ ਦੀ ਜਿਹੜੀ ਹੋਂਦ ਹੈ, ਫੁੱਲ ਜਦੋਂ ਬਣ ਜਾਂਦਾ, ਕਲੀ ਬਣਦੀ ਹੈ, ਖਿਲਦਾ, ਨਾਸ ਹੋ ਜਾਂਦਾ। ਇੱਕ ਦਿਨ ਖਿੜੇਗਾ, 2 ਦਿਨ ਖਿੜੇਗਾ, ਨਾਸ ਹੋ ਜਾਣਾ, ਉਹਨੇ ਖਤਮ ਹੋ ਜਾਣਾ, ਮੁਰਝਾ ਜਾਣਾ, ਸੁੱਕ ਜਾਣਾ, ਖਤਮ ਹੋ ਜਾਣਾ। ਆਖਣ ਲੱਗੇ ਜੇ ਤੇਰੇ ਮੁਤਾਬਿਕ ਮੈਂ ਗੱਲ ਕਰਾਂ ਇਹ ਮਾਲਨ, ਫਿਰ ਤੂੰ ਦੇਖ ਕਿੰਨਾ ਵੱਡਾ ਗੁਨਾਹ ਕਰ ਰਹੀ ਹੈ ਕਿ ਜਿਨ੍ਹਾਂ ਨੂੰ ਤੂੰ ਮੂਰਤੀ ਵਿੱਚ ਦੇਖ ਕੇ ਪੂਜਾ ਕਰ ਰਹੀ ਹੈ, ਪਰ ਉਸ ਪਰਮਾਤਮਾ ਦੀ ਬਣਾਈ ਇਸ ਕੁਦਰਤ ਦੇ ਵਿੱਚੋਂ ਤੂੰ ਪੱਤਰ ਬ੍ਰਹਮਾ ਰੂਪ ਹਨ, ਟਹਿਣੀ ਵਿਸ਼ਨੂੰ ਰੂਪ ਹੈ, ਫੁੱਲ ਸ਼ਿਵ ਰੂਪ ਹਨ, ਅਤੇ ਇਹਨਾਂ ਤਿੰਨੇ ਦੇਵਤਿਆਂ ਨੂੰ ਤੂੰ ਆਪਣੇ ਸਾਹਮਣੇ ਨਾਸ਼ ਕਰ ਰਹੀ ਹੈ। ਇੱਕ ਪਾਸੇ ਇਹਨਾਂ ਦੇਵਤਿਆਂ ਨੂੰ ਮਨਾ ਰਹੀ ਹੈ, ਦੂਜੇ ਪਾਸੇ ਇਹਨਾਂ ਤਿੰਨੇ ਦੇਵਤਿਆਂ ਦਾ ਤੂੰ ਨਾਸ਼ ਕਰ ਰਹੀ ਹੈ, ਇਹਨਾਂ ਨੂੰ ਅੱਖਾਂ ਦੇ ਸਾਹਮਣੇ ਖਤਮ ਕਰ ਰਹੀ ਹੈ। ਤੀਨ ਦੇਵ ਪ੍ਰਥਕ ਤੋਰੈਂ, ਕਰਾਂ ਕਿਸ ਕੀ ਸੇਵ। ਕਬੀਰ ਸਾਹਿਬ ਕਹਿੰਦੇ ਇਹਨਾਂ ਤਿੰਨਾਂ ਦੇਵਤਿਆਂ ਨੂੰ ਤੂੰ ਆਪਣੇ ਸਾਹਮਣੇ ਨਾਸ਼ ਕਰ ਦਿੱਤਾ, ਤੋੜ ਲਿਆ, ਫਿਰ ਸੇਵਾ ਕਿਸ ਦੀ ਕਰਦੀ ਹੈ ਦੱਸ। ਆਪਾਂ ਇੱਕ ਵਚਨ ਪੜ੍ਹਦੇ ਹਾਂ, ਕਹਿੰਦੇ ਜਿਸ ਪਰਮਾਤਮਾ ਦੀ ਇਹ ਦਾਤ ਹੈ, ਤੇਰਾ ਕੀਆ ਤੁਝੇ ਕਿਆ ਅਰਪੋਂ। ਜੇ ਸਾਨੂੰ ਵਾਹਿਗੁਰੂ ਜੀ ਦਾਤ ਦੇ ਰਿਹਾ ਹੈ ਅਤੇ ਵਾਹਿਗੁਰੂ ਜੀ ਨੂੰ ਅਸੀਂ ਅਰਪਣ ਕਰਦੇ ਹਾਂ, ਅਤੇ ਅਸੀਂ ਕੁਝ ਆਪਣੇ ਕੋਲੋਂ ਤਾਂ ਦੇ ਨਹੀਂ ਰਹੇ। ਜੋ ਸਾਨੂੰ ਮਿਲਿਆ ਹੈ, ਜੇ ਉਸ ਦੇ ਵਿੱਚੋਂ ਅਸੀਂ ਕੁਝ ਦੇ ਰਹੇ ਹਾਂ, ਭੇਟ ਕਰ ਰਹੇ ਹਾਂ, ਅਤੇ ਦਾਤ ਤਾਂ ਵਾਹਿਗੁਰੂ ਜੀ ਦੀ। ਤਾਂ ਹੀ ਕਬੀਰ ਸਾਹਿਬ ਨੇ ਕਿਹਾ, ਕਬੀਰ ਮੇਰਾ ਮੁਝ ਮੈਂ ਕਿਸ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਸਾਡਾ ਆਪਣਾ ਹੈ ਹੀ ਨਹੀਂ, ਕੁਛ ਹੋਵੇ ਤਾਂ ਅਸੀਂ ਅਰਪਣ ਕਰ ਸਕਦੇ ਹਾਂ ਨਾ। ਸਾਡੇ ਕੋਲ ਜੋ ਵੀ ਕੁਛ ਹੈ ਉਹ ਪਰਮੇਸ਼ਰ ਦਾ ਦਿੱਤਾ ਹੋਇਆ। ਅਤੇ ਆਪਾਂ ਕਹੀਏ ਵੀ ਅਸੀਂ ਪੈਸੇ ਦੇ ਕੇ, ਫੁੱਲ ਅਰਪਣ ਕਰਕੇ ਔਰ ਅਸੀਂ ਰੱਬ ਦੀ ਪੂਜਾ ਕਰ ਰਹੇ ਹਾਂ, ਤਾਂ ਸਾਡਾ ਬਹੁਤ ਵੱਡਾ ਭੁਲੇਖਾ ਹੋਏਗਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਰੱਬ ਨੇ ਦਿੱਤੀਆਂ ਨੇ। ਇਹ ਕੁਦਰਤ ਕਾਦਰ ਦੀ ਹੈ। ਅਤੇ ਅਸੀਂ ਸੋਚਦੇ ਵੀ ਅਸੀਂ ਫੁੱਲ ਭੇਟਾ ਕਰ ਦਿੱਤੇ, ਅਸੀਂ ਸੋਚਦੇ ਅਸੀਂ ਪੈਸੇ ਭੇਟਾ ਕਰ ਦਿੱਤੇ, ਅਸੀਂ ਇਹ ਚੀਜ਼ਾਂ ਭੇਟਾ ਕਰ ਦਿੱਤੀਆਂ। ਇਹ ਸਭ ਦਾਤ ਕਿਸ ਦੀ ਹੈ? ਇਹ ਸਾਰੀਆਂ ਚੀਜ਼ਾਂ ਆ ਕਿੱਥੋਂ ਰਹੀਆਂ ਨੇ? ਦੇਖਾਂਗੇ ਪਿਛੋਕੜ ਕੁਦਰਤ ਵਿੱਚੋਂ ਸਾਰਾ ਕੁਝ। ਜੋ ਸਾਡੇ ਕੋਲ ਕੱਪੜੇ ਪਾ ਰਹੇ ਕੁਦਰਤ ਦੀ ਦਾਤ ਹੈ। ਅਸੀਂ ਕੋਈ ਅੰਨ, ਕੋਈ ਚੀਜ਼ ਭੇਟਾ ਕਰਦੇ ਹਾਂ, ਕੋਈ ਫਰੂਟ ਭੇਟਾ ਕਰਦੇ ਹਾਂ, ਕੁਦਰਤ ਦੀ ਦਾਤ ਹੈ। ਫੁੱਲ ਆ ਕੇ ਚੜ੍ਹਾਉਂਦੇ ਹਾਂ, ਕੁਦਰਤ ਦੀ ਦਾਤ ਹੈ। ਫਿਰ ਇੱਕ ਗੱਲ ਦੱਸ ਕਿ ਉਸ ਕਾਦਰ ਉਸ ਕੁਦਰਤ ਵਿੱਚ ਬੈਠਾ ਹੋਇਆ ਹੈ, ਅਤੇ ਉਸ ਕਾਦਰ ਨੂੰ ਤੋੜ ਕੇ ਫਿਰ ਜਿਹੜੇ ਤੂੰ ਕਹਿ ਰਹੀ ਹੈ ਕਿ ਮੈਂ ਭੇਟਾ ਕਰਦੀ ਹਾਂ, ਅਤੇ ਕਰ ਕਿਸ ਨੂੰ ਰਹੀ ਹਾਂ ਤੂੰ? ਤਾਂ ਕਾਦਰ ਨੂੰ ਆਪ ਤੋੜ ਲਿਆ, ਕਿਉਂਕਿ ਕਾਦਰ ਤਾਂ ਕੁਦਰਤ ਦੇ ਵਿੱਚ ਬੈਠਿਆ। ਖਾਲਕ ਖਲਕ ਮੈਂ ਖਲਕ ਵਸੈ ਰਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੇ। ਉਹ ਖਾਲਕ ਤਾਂ ਖਲਕਤ ਵਿੱਚ ਵਸਦਾ ਹੈ, ਉਹ ਖਾਲਕ ਤਾਂ ਇਸ ਸ੍ਰਿਸ਼ਟੀ ਵਿੱਚ ਵਸਦਾ ਹੈ, ਜ਼ਰੇ ਜ਼ਰੇ ਵਿੱਚ ਮੌਜੂਦ ਹੈ। ਕਬੀਰ ਸਾਹਿਬ ਇੱਕ ਤਰਕ ਕਰ ਰਹੇ ਨੇ, ਹੇ ਮਾਲਨ ਦੱਸ ਤਾਂ ਸਹੀ, ਫਿਰ ਤੂੰ ਕਿਸ ਦੀ ਪੂਜਾ ਕਰ ਰਹੀ ਹੈ, ਕਿਸ ਦੀ ਸੇਵਾ ਕਰ ਰਹੀ ਹੈ? ਤੂੰ ਤਾਂ ਆਪਣੇ ਸਾਹਮਣੇ 3 ਦੇਵਤਿਆਂ ਨੂੰ ਨਾਸ਼ ਕਰ ਦਿੱਤਾ ਤੋੜ ਕੇ। ਤੂੰ ਟਹਿਣੀ ਵੀ ਤੋੜ ਲਈ, ਤੂੰ ਪੱਤੇ ਵੀ ਤੋੜ ਲਏ, ਤੂੰ ਫੁੱਲ ਵੀ ਤੋੜ ਲਏ। ਅਸੀਂ ਦੇਖਦੇ ਹਾਂ ਜਿਹੜੇ ਲੋਕ ਇਸ ਤਰ੍ਹਾਂ ਦਾ ਕਰਮਕਾਂਡੀ ਪੂਜਾ ਕਰਦੇ ਨੇ, ਉਹ ਟਹਿਣੀਆਂ ਵੀ ਤੋੜਦੇ ਨੇ ਰੁੱਖਾਂ ਦੀ, ਉਹ ਪੱਤੇ ਵੀ ਤੋੜਦੇ ਨੇ, ਉਹ ਫੁੱਲ ਵੀ ਅਰਪਣ ਕਰਦੇ। ਇਸ ਦਾ ਅਰਥ ਹੈ ਕਿ ਉਸ ਕਾਦਰ ਦਾ ਕੁਦਰਤ ਵਿੱਚ ਅਹਿਸਾਸ ਨਾ ਹੋਣਾ। ਜਿਹੜੀ ਗੱਲ ਅੱਜ ਦੇ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਨੇ ਕੀਤੀ, ਜੇ ਕਿਤੇ ਸਾਨੂੰ ਅਹਿਸਾਸ ਹੋ ਜਾਏ ਵੀ ਇੱਕ ਟਹਿਣੀ ਜਦੋਂ ਟੁੱਟਦੀ ਹੈ ਅਤੇ ਉਹਦੇ ਵਿੱਚੋਂ ਪਾਣੀ ਵਗਦਾ ਹੈ, ਇੱਕ ਪੱਤਾ ਵੀ ਟੁੱਟਦਾ ਹੈ ਉਹਦੇ ਵਿੱਚੋਂ ਵੀ ਪਾਣੀ ਵਗਦਾ ਹੈ, ਇਹਦਾ ਅਰਥ ਇੱਕ ਦੂਜੇ ਦਾ ਜਿਹੜਾ ਵਿਛੋੜਾ ਹੈ, ਰੁੱਖ ਨਾਲੋਂ ਟਹਿਣੀ ਜੁਦਾ ਹੁੰਦੀ ਹੈ, ਪੱਤਾ ਜੁਦਾ ਹੁੰਦਾ ਹੈ, ਉਹ ਅਹਿਸਾਸ ਹੈ। ਤਾਂ ਹੀ ਭਾਈ ਵੀਰ ਸਿੰਘ ਜੀ ਨੇ ਇੱਕ ਬੜੀ ਸੋਹਣੀ ਕਵਿਤਾ ਲਿਖੀ ਸੀ। ਉਹ ਕਹਿੰਦੇ ਨੇ, ਫੁੱਲ ਕਹਿੰਦਾ ਹੈ, ਕਹਿੰਦੇ ਮੈਂ ਫੁੱਲ ਕੋਲ ਗਿਆ, ਮੇਰਾ ਹੱਥ ਫੁੱਲ ਵਧਿਆ, ਮੈਂ ਤੋੜਨ ਲੱਗਾ ਸੀ, ਫੁੱਲ ਕਹਿੰਦੇ ਅੱਗੋਂ ਬੋਲ ਪਿਆ। ਇਹਨੂੰ ਕਹਿੰਦੇ ਕੁਦਰਤ ਨਾਲ ਗੱਲ ਕਰਨੀ। ਫੁੱਲ ਬੋਲਦਾ ਨਹੀਂ, ਪਰ ਇੱਕ ਖਿਆਲ ਦੇ ਵਿੱਚੋਂ, ਇੱਕ ਭਾਵਨਾ ਦੇ ਵਿੱਚੋਂ ਕੁਦਰਤ ਨਾਲ ਅਸੀਂ ਗੱਲ ਕਰ ਸਕਦੇ ਹਾਂ। ਉਹ ਕਹਿੰਦੇ ਨੇ, ਕਹਿੰਦੇ ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹਟ ਮੈਖ ਦੀ ਲਾਈ, ਲੱਖ ਕਾਕ ਸੂੰਗੇ ਜੇ ਆ ਕੇ ਖਾਲੀ ਇੱਕ ਨਾ ਜਾਈ।
ਭਾਈ ਵੀਰ ਸਿੰਘ ਕਹਿੰਦੇ ਜਦੋਂ ਮੈਂ ਫੁੱਲ ਤੋੜਨ ਵਾਸਤੇ ਹੱਥ ਨੂੰ ਅੱਗੇ ਵਧਾਇਆ ਨਾ, ਤੇ ਫੁੱਲ ਨੇ ਮੈਨੂੰ ਰੋਕ ਲਿਆ, ਰੁਕ ਜਾ, ਕੀ ਕਰ ਰਿਹਾ, ਇਸ ਟਹਿਣੀ ਨਾਲੋਂ ਮੈਨੂੰ ਨਾ ਤੋੜ, ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲਖ ਗਾਹਕ ਸੋਂਗੇ ਜੇ ਆਕੇ, ਖਾਲੀ ਇੱਕ ਨਾ ਜਾਈ। ਕਹਿੰਦੇ ਜੇ ਕੱਲਾ ਤੋੜ ਲੈ ਗਿਓ, ਇੱਕ ਜੋਗਾ ਰਹਿ ਜਾਸਾਂ, ਵੀ ਤੂੰ ਕੱਲਾ ਤੋੜ ਕੇ ਲੈ ਗਿਆ, ਮੈਂ ਤੇਰੇ ਜੋਗਾ ਰਹਿ ਜਾਣਾ। ਇਹ ਤੋਂ ਪਲਕ ਝਲਕ ਦਾ ਮੇਲਾ, ਰੂਪ ਮਹਿਕ ਖਿੜ ਜਾਈ, ਖਿੜ ਜਾਈ। ਕਹਿੰਦੇ ਭਾਈ ਵੀਰ ਸਿੰਘ ਕਹਿੰਦੇ ਫੁੱਲ ਕਹਿੰਦਾ, ਕਹਿੰਦੇ ਇਹ ਤਾਂ ਕੁਝ ਪਲਕਾਂ ਦਾ ਮੇਲਾ ਹੈ ਸੰਸਾਰ, ਤੂੰ ਤੋੜ ਲਿਆ, ਮੇਰੀ ਮਹਿਕ, ਮੇਰੀ ਸੁਗੰਧੀ, ਮੇਰਾ ਸੁਹੱਪਣ ਸਭ ਖਤਮ ਹੋ ਜਾਣਾ ਹੈ, ਤੇਰੇ ਜੋਗਾ ਰਹਿ ਜਾਵਾਂਗਾ। ਟਹਿਣੀ ਨਾਲ ਲੱਗਿਆ ਹਾਂ, ਪਤਾ ਨਹੀਂ ਕਿਤਨੇ ਲੋਕ ਸੁਗੰਧੀ ਲੈ ਕੇ ਜਾ ਸਕਦੇ ਨੇ। ਇਹ ਕੁਦਰਤ ਨੂੰ ਮਾਣਨਾ, ਕੁਦਰਤ ਦਾ ਅਹਿਸਾਸ ਕਰਨਾ, ਜਿਸ ਸਿਧਾਂਤ ਨੂੰ ਸਮਝਣ ਦਾ ਯਤਨ ਕਰਾਂਗੇ ਨਾ, ਇੱਥੇ ਬੜੀ ਬਰੀਕੀ ਹੈ। ਪਾਓ ਕਿ ਰੱਬ ਨਾਲੋਂ ਅਸੀਂ ਟੁੱਟ ਕੇ ਤੇ ਇੱਕ ਬੰਦੇ ਦੀ ਬਣਾਈ ਹੋਈ ਘੜੀ ਹੋਈ ਮੂਰਤੀ ਨੂੰ ਪ੍ਰਸੰਨ ਕਰਨ ਵਾਸਤੇ ਅਸੀਂ ਰੱਬ ਦੀ ਕੁਦਰਤ ਨੂੰ ਭੰਨਦੇ ਹਾਂ। ਰੱਬ ਦੀ ਕੁਦਰਤ ਨਾਲ ਪਿਆਰ ਨਹੀਂ ਕਰਦੇ, ਉਸਦਾ ਲਿਹਾਜ਼ ਨਹੀਂ ਕਰਦੇ, ਉਸ ਨੂੰ ਭੰਨ ਕੇ ਅਸੀਂ ਉਸ ਪੱਥਰ ਨੂੰ ਖੁਸ਼ ਕਰਨਾ ਚਾਹੁੰਦੇ। ਕੀ ਰੱਬ ਖੁਸ਼ ਹੋਏਗਾ? ਕੀ ਪਰਮੇਸ਼ਰ ਪ੍ਰਸੰਨ ਹੋਏਗਾ? ਕਦੀ ਵੀ ਨਹੀਂ ਹੋ ਸਕਦਾ। ਗੱਲਾਂ ਬੜੀਆਂ ਡੂੰਘੀਆਂ ਨੇ ਇਸ ਸ਼ਬਦ ਦੇ ਵਿੱਚ। ਮੈਂ ਅਨੁਭਵ ਕਰ ਰਿਹਾ ਸੀ ਵੀ ਤੁਸੀਂ ਕਬੀਰ ਸਾਹਿਬ ਕਮਾਲ ਦੀ ਗੱਲ ਕੀਤੀ, ਤੁਸੀਂ ਕੁਦਰਤ ਨੂੰ ਕਿਤਨੇ ਨੇੜੇ ਹੋ ਕੇ ਤੱਕਿਆ, ਸਮਝਿਆ ਅਤੇ ਇੱਕ ਸ਼ਬਦ ਦਾ ਭਾਵ ਸਾਡੇ ਸਮਕਸ਼ ਰੱਖ ਦਿੱਤਾ। ਕਬੀਰ ਸਾਹਿਬ ਕਹਿੰਦੇ ਤਿੰਨ ਦੇਵਤੇ ਤੂੰ ਪ੍ਰਥਕ ਤੋੜ ਲੈ, ਮਾਲਨ ਕਿਤੇ ਵਿਚਾਰ ਕਰ, ਫਿਰ ਤੂੰ ਕਿਸ ਦੀ ਪੂਜਾ ਕਰ ਰਹੀ ਹੈ, ਭਾਵ ਕਿ ਕਿਸ ਦੀ ਸੇਵਾ ਕਰ ਰਹੀ ਹੈ। ਫਿਰ ਤਾਂ ਇਹ ਸੇਵਾ ਨਾ ਹੋਈ ਨਾ, ਇਹ ਤਾਂ ਸੰਘਾਰ ਹੋਇਆ। ਤੂੰ ਮਾਰ ਦਿੱਤਾ ਤਿੰਨ ਦੇਵਤਿਆਂ ਨੂੰ। ਫਿਰ ਅੱਗੇ ਕਹਿ ਰਹੇ ਨੇ, ਕਹਿੰਦੇ ਜਿਸ ਮੂਰਤੀ ਲਈ ਤੂੰ ਇਹ ਕੁਛ ਕੀਤਾ, ਕਹਿੰਦੇ ਪਾਖਾਨ ਘੜਕੈ ਮੂਰਤ ਕੀਨੀ। ਪਾਖਾਨ ਦਾ ਅਰਥ ਹੁੰਦਾ ਪੱਥਰ। ਪੱਥਰ ਨੂੰ ਘੜ ਕੇ ਮੂਰਤੀ ਬਣਾਈ। ਇਹ ਗੱਲ ਯਾਦ ਰੱਖਣਾ, ਹਰ ਇੱਕ ਪੱਥਰ ਵਿੱਚ ਮੂਰਤੀ ਪਈ ਹੈ। ਕਿਸੇ ਵੀ ਸ਼ਕਲ ਦੇ ਵਿੱਚ ਉਸ ਦੇ ਵਿੱਚੋਂ ਮੂਰਤੀ ਪ੍ਰਗਟ ਕੀਤੀ ਜਾ ਸਕਦੀ ਹੈ, ਬਸ ਓਪਰੇ ਪੱਥਰ ਤੋੜਨ ਦੀ ਲੋੜ ਹੈ। ਪਰ ਜਦੋਂ ਕੋਈ ਬੁੱਤ ਘਾੜਾ, ਜਦੋਂ ਬੁੱਤ ਤਿਆਰ ਕਰਦਾ ਹੈ, ਮੂਰਤੀ ਤਿਆਰ ਕਰਦਾ ਹੈ, ਤਾਂ ਉਹ ਪੱਥਰ ਦੇ ਉੱਪਰ ਬੈਠ ਕੇ ਬੜੀ ਤਸੱਲੀ ਨਾਲ, ਛੈਨੀ ਹਥੌੜੇ ਨਾਲ ਹੌਲੀ ਹੌਲੀ ਪੱਥਰ ਦੇ ਉਹ ਟੁਕੜਿਆਂ ਨੂੰ ਤੋੜਦਾ ਹੈ ਜਿਹੜੇ ਓਪਰੇ ਹਨ, ਜਿਨ੍ਹਾਂ ਦੇ ਵਿੱਚ ਉਹਨੇ ਮੂਰਤ ਪ੍ਰਗਟ ਕਰਨੀ ਹੈ, ਜਿਨ੍ਹਾਂ ਦੇ ਵਿੱਚ ਉਹਨੇ ਸਰੂਪ ਪ੍ਰਗਟ ਕਰਨਾ ਹੈ। ਜਿੱਥੇ ਉਹ ਬੈਠਦਾ ਹੈ ਉੱਥੇ ਉਸ ਮੂਰਤੀ ਦੀ ਛਾਤੀ, ਜਿਹਨੂੰ ਅਸੀਂ ਛਾਤੀ ਕਹਿੰਦੇ ਹਾਂ, ਉੱਥੇ ਬੈਠ ਕੇ ਪਹਿਲਾਂ ਮੂੰਹ ਘੜਦਾ ਹੈ, ਅੱਖਾਂ ਘੜਦਾ ਹੈ, ਕੰਨ ਘੜਦਾ ਹੈ, ਸਾਰੀ ਚੀਜ਼ਾਂ ਤਿਆਰ ਕਰਦਾ ਹੈ। ਇਸ ਕਰਕੇ ਕਬੀਰ ਸਾਹਿਬ ਜੀ ਨੇ ਉਸ ਦ੍ਰਿਸ਼ ਨੂੰ ਸਾਹਮਣੇ ਰੱਖ ਕੇ ਗੱਲ ਕੀਤੀ, ਪਾਖਾਨ ਗੜ ਕੈ ਮੂਰਤ ਕੀਨੀ, ਦੇਖ ਕੇ ਛਾਤੀ ਪਾਉ। ਆਖਣ ਲੱਗੇ ਮੂਰਤ ਘੜਨ ਵਾਲੇ ਨੇ ਪੱਥਰ ਘੜ ਕੇ ਘੜਨ ਵੇਲੇ ਮੂਰਤੀ ਦੀ ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ। ਕਿਤਨਾ ਅਪਮਾਨ ਕੀਤਾ ਮੂਰਤੀ ਦਾ। ਆਖਣ ਲੱਗੇ, ਕਹਿੰਦੇ ਜੇ ਇਹ ਮੂਰਤ ਸਾਚੀ ਹੈ ਤੋ ਗੜਨਹਾਰੇ ਖਾਓ। ਜਿਸ ਬੰਦੇ ਨੇ ਇਸ ਮੂਰਤੀ ਨੂੰ ਬਣਾਇਆ, ਜੇ ਵਾਕਈ ਇਹ ਮੂਰਤੀ ਰੱਬ ਹੈ, ਜੇ ਮੂਰਤੀ ਦਾਤਾ ਦਿੰਦੀ ਹੈ, ਮੂਰਤੀ ਵਰ ਦਿੰਦੀ ਹੈ, ਮੂਰਤੀ ਸ਼ਰਾਬ ਦਿੰਦੀ ਹੈ, ਕਹਿੰਦੇ ਲੋਕ ਵੀ ਭਗਵਾਨ ਸ਼ਰਾਬ ਦੇ ਦੇਂਗੇ, ਰੱਬ ਜੀ ਕੋਲੋਂ ਵਰ ਲੈ ਕੇ ਆਏਂਗੇ। ਬਹੁਤ ਲੋਕ ਮਿਲਦੇ ਨੇ ਇੱਦਾਂ ਦੇ। ਇਹ ਬੜੀ ਵਿਚਾਰਨ ਵਾਲੀ ਗੱਲ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਜੋ ਮੂਰਤੀਕਾਰ ਸੀ ਉਸਨੇ ਉਹਦੀ ਛਾਤੀ 'ਤੇ ਬੈਠ ਕੇ ਉਸ ਮੂਰਤੀ ਨੂੰ ਤਿਆਰ ਕੀਤਾ, ਮੂਰਤੀ ਨੂੰ ਘੜਿਆ, ਮੂਰਤੀ ਤਿਆਰ ਹੋ ਗਈ।
ਜੇ ਸੱਚੀ ਇਹ ਮੂਰਤੀ ਸੱਚੀ ਹੈ, ਕਿਉਂਕਿ ਮੂਰਤੀ ਤਿਆਰ ਹੁੰਦੀ ਹੈ, ਜਿਹੜਾ ਬੁੱਤ ਘਾੜਾ ਹੈ ਕੁਝ ਪੈਸੇ ਦੇ ਵਿੱਚ ਉਸ ਪੱਥਰ ਦੀ ਮੂਰਤੀ ਨੂੰ ਵੇਚ ਦਿੰਦਾ ਹੈ। ਉਹਦੇ ਵਾਸਤੇ ਕੇਵਲ ਇੱਕ ਪੱਥਰ ਦੀ ਮੂਰਤੀ ਹੈ, ਇੱਕ ਤਸਵੀਰ ਹੈ, ਔਰ ਉਹ ਆਪਣੀ ਕਾਰਾਗਰੀ ਦੇ ਪੱਥਰ ਵਿੱਚੋਂ ਪੈਸੇ ਲੈ ਲੈਂਦਾ, ਜੋ ਮੀਨਾਕਾਰੀ ਕਰਦਾ ਹੈ, ਜੋ ਉਸ ਨੂੰ ਅੱਖਾਂ ਦਿੰਦਾ, ਜੋ ਉਹਨੂੰ ਅਕਸ ਦਿੰਦਾ, ਜੋ ਰੂਪ ਦਿੰਦਾ, ਉਸ ਰੂਪ ਦੇ ਉਹ ਪੈਸੇ ਲੈ ਲੈਂਦਾ। ਕੱਲ੍ਹ ਇੱਕ ਮੈਂ ਪੋਸਟ ਵੇਖ ਰਿਹਾ ਸੀ ਕਿ ਕਿਸੇ ਨੇ ਪੋਸਟ ਪਾਈ ਅਤੇ ਉਹਨੇ ਲਿਖਿਆ, ਬੁੱਤ ਘਾੜਾ ਇੱਕ ਮੂਰਤੀ ਬਣਾ ਰਿਹਾ ਹੈ, ਉਸਦੀ ਛਾਤੀ 'ਤੇ ਬੈਠਾ ਹੋਇਆ ਹੈ, ਹੌਲੀ ਹੌਲੀ ਪੱਥਰ ਤੋੜ ਰਿਹਾ ਹੈ। ਅਤੇ ਥੱਲੇ ਕਮੈਂਟ ਵਿੱਚ ਲਿਖਿਆ, ਕਹਿੰਦੇ ਇਹ ਮੂਰਤੀ ਤਿਆਰ ਕਰਨ ਵਾਲਾ 10-20 ਹਜ਼ਾਰ ਰੁਪਏ ਆਪਣੀ ਮਿਹਨਤ ਦੇ ਲੈ ਕੇ ਇਸ ਨੇ ਵੇਚ ਦੇਣੀ ਹੈ। ਜਿਹੜੇ ਕਰਮਕਾਂਡੀ ਲੋਕ ਨੇ ਉਹਨਾਂ ਨੇ ਖਰੀਦ ਲੈਣੀ ਹੈ। ਉਹਨੇ 10-20 ਹਜ਼ਾਰ ਦੀ ਇਹ ਮੂਰਤੀ ਖਰੀਦਣੀ ਹੈ, ਔਰ ਇਸ ਮੂਰਤੀ ਨੇ ਕਰਮਕਾਂਡੀ ਲੋਕਾਂ ਨੇ ਲੋਕਾਂ ਨੂੰ ਭਰਮਾਂ ਵਿੱਚ ਪੈ ਕੇ ਅਰਬੋਂ ਖਰਬੋਂ ਰੁਪਏ ਕਮਾਣੇ ਹਨ। ਇਸ ਮੂਰਤ ਤੋਂ ਅਰਬੋਂ ਖਰਬੋਂ ਰੁਪਏ ਕਮਾਣੇ ਹਨ। ਕਿਉਂ? ਕਿਉਂਕਿ ਜਿਸ ਨੇ ਖਰੀਦੀ ਉਸਨੇ ਆ ਕੇ ਗੰਗਾ ਜਲ ਦੇ ਨਾਲ, ਦੁੱਧ ਦੇ ਨਾਲ ਸਾਫ਼ ਕਰ ਲਈ, ਔਰ ਉਸਨੂੰ ਇੱਕ ਥਾਂ 'ਤੇ ਸਥਾਪਿਤ ਕਰ ਦਿੱਤਾ, ਔਰ ਇਹ ਗੱਲ ਪ੍ਰਗਟ ਕਰ ਦਿੱਤੀ ਵੀ ਇਹ ਭਗਵਾਨ ਹੈ। ਹੁਣ ਭਗਵਾਨ ਭਗਵਾਨ ਕਹਿ ਕੇ ਕਹਿੰਦੇ ਉਸ ਮੂਰਤੀ ਤੋਂ ਅਰਬੋਂ ਖਰਬੋਂ ਰੁਪਏ ਉਸਨੇ ਇਕੱਠੇ ਕਰ ਲੈਣੇ ਆ। ਇਸ ਕਰਕੇ ਕਬੀਰ ਸਾਹਿਬ ਨੇ ਇੱਕ ਤਰਕ ਖੜਾ ਕੀਤਾ ਕਿ ਹੇ ਮਾਲਨ, ਇੱਕ ਗੱਲ ਦੱਸ ਵੀ ਜੇ ਤੂੰ ਮੰਨਦੀ ਹੈ ਵੀ ਇਹ ਮੂਰਤੀ ਨੂੰ ਤੂੰ ਇੱਦਾਂ ਕੁਛ ਕੀਤਾ, ਪਰ ਜੇ ਇਹ ਮੂਰਤੀ ਕਿਤੇ ਸੱਚੀ ਹੁੰਦੀ ਤਾਂ ਜਿਸ ਨੇ ਇਸ ਦਾ ਅਪਮਾਨ ਕੀਤਾ ਸੀ, ਔਰ ਤੁਸੀਂ ਦੇਖੋ ਨਾ ਜਿਹੜੇ ਬੁੱਤ ਘਾੜੇ ਨੇ ਉਹ ਜਦੋਂ ਪੱਥਰ ਦੇ ਵਿੱਚੋਂ ਮੂਰਤੀ ਬਣਾਉਂਦੇ ਨੇ, ਚੱਪਲ ਪਾ ਕੇ, ਜੁੱਤੀਆਂ ਪਾ ਕੇ ਉੱਪਰ ਬਹਿੰਦੇ ਨੇ। ਮੇਰੇ ਕੋਲ ਤਸਵੀਰ ਪਈ ਹੈ, ਮੈਂ ਤੁਹਾਨੂੰ ਦਿਖਾ ਸਕਦਾ। ਜਿਹੜੇ ਬੁੱਤ ਘਾੜੇ ਨੇ ਚੱਪਲ ਪਾ ਕੇ, ਜੁੱਤੀਆਂ ਪਾ ਕੇ ਤਾਂ ਬਹਿ ਕੇ ਤਸਵੀਰ ਬਣਾਉਂਦੇ ਨੇ, ਕਿਉਂਕਿ ਲੰਬਾ ਸਮਾਂ ਬਿਨਾਂ ਚੱਪਲਾਂ ਤੋਂ ਪੱਥਰ ਦੇ ਉੱਤੇ ਬੈਠਿਆ ਨਹੀਂ ਜਾ ਸਕਦਾ। ਇੱਕ ਸੱਚਾਈ ਹੈ। ਹੁਣ ਕਬੀਰ ਸਾਹਿਬ ਨੇ ਇਸ ਕਰਕੇ ਇੱਕ ਤਰਕ ਸਾਹਮਣੇ ਰੱਖਿਆ ਵੀ ਇੱਕ ਗੱਲ ਦੱਸ ਵੀ ਜੇ ਇਹ ਮੂਰਤੀ ਅਸਲੀ ਦੇਵਤਾ ਹੁੰਦੀ, ਇਹ ਮੂਰਤੀ ਸੱਚੀ ਹੁੰਦੀ, ਤਾਂ ਇਸ ਦੀ ਨਰਾਦਰੀ ਦੇ ਕਾਰਨ ਘੜਨ ਵਾਲੇ ਨੂੰ ਹੀ ਖਾ ਜਾਂਦੀ, ਉਸ ਨੂੰ ਮਾਰ ਦਿੰਦੀ, ਉਸ ਨੂੰ ਖਤਮ ਕਰ ਦਿੰਦੀ। ਕਹਿਣ ਲੱਗੇ ਜੇ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ। ਜੇ ਇਹ ਮੂਰਤੀ ਵਾਕਈ ਸੱਚੀ ਹੁੰਦੀ, ਅਸਲੀ ਦੇਵਤਾ ਹੁੰਦੀ, ਤਾਂ ਜਿਸ ਨੇ ਇਹਨੂੰ ਘੜਿਆ ਸੀ ਉਸ ਨੂੰ ਹੀ ਖਾ ਜਾਣਾ ਸੀ। ਕਿਉਂ ਸਕਣਾ? ਇਸ ਦਾ ਮਤਲਬ ਇਹ ਮੂਰਤੀ ਅਸਲੀ ਦੇਵਤਾ ਨਹੀਂ ਹੈ, ਇਹ ਤਾਂ ਕੇਵਲ ਪੱਥਰ ਹੈ। ਪੱਥਰ ਵਿੱਚੋਂ ਬਣਿਆ ਹੋਇਆ ਬੁੱਤ ਘਾੜੇ ਦੀ ਬੁੱਤ ਘਾੜੀ ਹੈ। ਉਸ ਦਾ ਕਮਾਲ ਹੈ ਕਿ ਉਹਨੇ ਇੱਕ ਅਕਸ ਪ੍ਰਗਟ ਕਰ ਦਿੱਤਾ। ਫਿਰ ਕਬੀਰ ਸਾਹਿਬ ਕਹਿੰਦੇ ਨੇ ਅਗਲੇ ਬਚਨ, ਕਹਿੰਦੇ ਪਹਾਤ ਪਹਿਤ ਅਰ ਲਾਭ ਸੀ ਕਰ ਕਰਾ ਕਸਾਰ। ਭਾਤ ਦਾ ਅਰਥ ਹੁੰਦਾ ਚੋਲ, ਭੱਤ। ਪਹਿਤ ਕਹਿੰਦੇ ਨੇ ਦਾਲ ਨੂੰ, ਲਾਪਸੀ ਕਹਿੰਦੇ ਨੇ ਪਤਲਾ ਕੜਾ, ਅਰ ਕਰ ਕਰਾ ਕਸਾਰ ਖਸਤਾ ਪੰਜੀਰੀ ਵਾਲਾ ਪ੍ਰਸਾਦ। ਹੁਣ ਜਦੋਂ ਕੋਈ ਭਰਮੀ ਮਨੁੱਖ ਨੇ, ਕਰਮਕਾਂਡੀ ਮਨੁੱਖ ਨੇ, ਪੁਜਾਰੀ ਮਨੁੱਖ ਨੇ ਕੀ ਕੀਤਾ, ਲੋਕਾਂ ਨੂੰ ਆਖਿਆ ਵੀ ਇਹ ਜਿਹੜੀ ਮੂਰਤ ਹੈ ਨਾ, ਇਹਦਾ ਪ੍ਰਸਾਦਾਂ ਨੂੰ ਪ੍ਰਵਾਨ ਕਰਦੀ ਹੈ। ਕਿਸੇ ਨੂੰ ਕਹਿ ਵੀ ਇਹ ਮਿੱਠੇ ਚੌਲ ਬੜਾ ਖੁਸ਼ ਹੋ ਕੇ ਖਾਂਦੀ ਹੈ, ਅਤੇ ਮਿੱਠੇ ਚੌਲ ਬਣਾ ਕੇ ਲੈ ਕੇ ਆ ਗਏ। ਕਿਸੇ ਨੂੰ ਕਿਹਾ ਇਹ ਦਾਲ ਬੜੀ ਪਸੰਦ ਕਰਦੀ ਹੈ, ਕੋਈ ਦਾਲ ਲੈ ਕੇ ਆ ਗਿਆ। ਲਾਪਸੀ ਦਾ ਅਰਥ ਹੈ ਕੋਈ ਪਤਲਾ ਕੜਾ ਲੈ ਕੇ ਆ ਗਿਆ, ਕੋਈ ਕਰਕਰਾ ਕਸਾਰ ਖਸਤਾ ਪੰਜੀਰੀ ਵਾਲਾ ਪ੍ਰਸਾਦ ਬਣਾ ਕੇ ਮੂਰਤੀ ਨੂੰ ਭੋਗ ਲਗਾਉਣ ਵਾਸਤੇ ਪਹੁੰਚ ਗਿਆ ਵੀ ਚਲੋ ਮੂਰਤੀ ਜੀ ਨੂੰ ਭੋਗ ਲਗਵਾ ਦਿਓ ਅਤੇ ਸਾਡਾ ਪ੍ਰਸਾਦ ਪ੍ਰਵਾਨ ਹੋ ਜਾਏ। ਕਬੀਰ ਸਾਹਿਬ ਜੀ ਨੇ ਇਸ ਦ੍ਰਿਸ਼ ਨੂੰ ਆਖਿਆ, ਕਹਿੰਦੇ ਭਾਤ ਪਹਿਤ ਅਰ ਲਾਪਸੀ ਕਰ ਕਰਾ ਕਾਸਾਰ। ਕਹਿੰਦੇ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ। ਆਖਣ ਲੱਗੇ ਇਹ ਭੱਤ, ਦਾਲ, ਪਤਲਾ ਕੜਾ ਅਤੇ ਜਿਹੜੀ ਇਹ ਖਸਤਾ ਪੰਜੀਰੀ ਵਾਲਾ ਪ੍ਰਸਾਦ ਸੀ, ਕਰਕਰਾ ਜਿਹੜਾ ਕਸਾਰ ਤਿਆਰ ਹੋਇਆ ਸੀ, ਛਕਣ ਵਾਲਾ ਪੁਜਾਰੀ ਹੀ ਛਕ ਗਿਆ, ਪੁਜਾਰੀ ਨੇ ਛਕ ਲਿਆ ਸਾਰਾ। ਉਹ ਕਹਿੰਦੇ ਇਸ ਮੂਰਤ ਦੇ ਮੁਖ ਵਿੱਚ ਕੁਛ ਵੀ ਨਹੀਂ ਪੈਂਦਾ, ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?
ਹੁਣ ਕੋਈ ਪੱਥਰ ਕੁਝ ਖਾ ਤੇ ਨਹੀਂ ਸਕਦਾ ਨਾ, ਉਹ ਤਾਂ ਨਿਰਜਿੰਦ ਮੂਰਤੀ ਹੈ। ਔਰ ਕਿਹਾ ਕਿ ਕਹਿੰਦੇ ਇਸ ਮੂਰਤ ਨੇ ਛਕਣਾ ਹੈ। उसी देखो कि मूर्त ने छकना है, क्योंकि ये मूर्त भगवान है, ऐसे भगवान ने छकना। लोग भगवान के नां ते इतना कुछ अर्पण करी जा रहे हैं, तो छकण वाला कोई होर है। मूर्ति तो इतने सालों तो धार्मिक स्थान पर लगी है, पर उसका ढिड तो बड़ा नहीं होया, पर जिहड़ा उन्होंने कह रहा सी भी इसने छकना, उसका ढिड जरूर बड़ा हो जाता है। वो अपना ढिड बढ़ाता, उन्होंने कहा कर कर काया, कहते पेट ਵਧਾਇਆ खिंता मुंदा माया। उन्हें पेट ਵਧਾ लिया, घर घर खा के लोगों का इकट्ठा करके लोगों ने भरम में चला के भी इस मूर्ति ने भोग लाना, इस करके इसके भोग वास्ते ये कीमतियाँ चीज़ां चाहिए, क्योंकि आप अपने जमान का चस्का सी। कबीर साहब ने उस वेले ये जितने भी कर्मकांड होंदे सन, उन्हां सारियां नूं मनुखता दे नाल साझा किया। अगे जाके शब्द आणगे कबीर साहब जी दे कि जदों वो कहंदे ने कि एक काजी कहता भी असी तो बिस्मल किया है, इस बकरे नूं वड्या ते अल्लाह ताला ने इनू प्रवान किया है। कहते तू अपने स्वाद वास्ते इस जीव की हत्या करदा है ते नाम अल्लाह का बदनाम करदा है। गुरु साहब ने, भगत कबीर साहब ने किसी नूं छड्डिया नहीं है। जितने भी कर्मकांडी लोग सन, जितने भी पाखंडा में पाने वाले लोग सन, हर एक नूं एक सही रस्ता भगत कबीर साहब ने विखा लिया है। इत्थे भी कहन लगे भोगन हारे भोगया, इस मूरत के मुख छार, भोगन वाले ने भोग लिया। उन्हें तो यह प्रसाद खा लिया जिहड़ा कि छकण वाला वो पुजारी सी, तो इस मूरत के मुख विच कुछ भी नहीं पैंदा, क्योंकि ये निर्जिंद है। ये खावे किवें, इहदे मुख दे तक छार ही है ਜਾਂ ਸੋਹਾ ਹੀ ਪੈਂਦੀ ਹੈ। फिर कहन लगे, आखन लगे मालन भुली जग भुलाना। कबीर साहब कहते ने ये जिहड़ी मालन है मूर्ति पूजन के भुलेखे विच पई हुई है, भुली हुई है। मालन भुली जग भुलाना, हम भुलाने नाहे। कहते जगत भी यही टपला खा रहा है, यही धोखा खा रहा है। क्योंकि एक शब्द असी पिछे विचारिया सी, जीवत पितर ना माने को मुँहे श्राद्ध कराई, पितर भी बपरे कहो क्यों खावें, कौआ कूकर खाई। उसदे विच जिक्र किया सी सरजियो कट निर्जियो पूजै अंत काल को भारी। भी सरजियो नूं कट रहे ने ते किस दे वास्ते, निर्जिंद वास्ते। बकरियां दी बलियां, झोटा दियां बलियां, पशुआ दियां बलियां, बंदियां दियां बलियां, कितना कुछ किहदे अगे, जिहड़ी कि पत्थर की मूर्ति है। जिहड़ा पत्थर है निर्जिंद है, जिहदे विच जान नहीं है। कबीर साहब कहते मालन तू भी भुली हुई, ये सारा जगत भी ये टपला खा रहा है, इनू रब समझा। हम भुलाने ना है, पर असां ये गलती नहीं खाधी। जिहड़ा सारा जगत गलती कर रहा है। हे मालन जिवें तू भुली हुई है, क्यों कबीर साहब तुसी किवें बच गए इस टपले खान तो, सारा जगत तो इदां ही समझ रहा है। तो एक सच्चाई बयान करा कि सिख की भी किते ना किते बिरती इत्थे जुड़ी हुई है। वो भी कहता भी गुरुद्वारे ना मेरी रोटी का भोग ला दिओ। साडे प्रचारक, साडे अरदास ये बड़ी उच्ची आवाज़ में कहते ने हुण लावो भोग हर राय। पुछण वाली गल है भी हुण लावो भोग हर राय, इसका अर्थ की बनता है कि हर राय जी भोग लाने वास्ते आउंदे ने। सिੱਖੀ ਵਿੱਚ केवल प्रवानगी है, वो भी कड़ा प्रसाद नूं प्रवानगी है केवल इत्थे गुरुद्वारे दे विच केवल कड़ा प्रसाद नूं प्रवानगी है। बाकी प्रसाद जिहड़ा है उस तरह ही सानूं वरता देना चाहिए। कोई मिष्ठान लैके आ रहा, भावें कोई भोजन लैके आ रहा, उसकी अरदास हो जाए, सरबत संगत वरतान की आग्ञा बख्शो। पर इत्थे गुरु साहब की हजूरी विच केवल कड़ा प्रसाद आना चाहिए, वो भी भोग लगन वास्ते नहीं, प्रवान होने वास्ते। गुरु साहब नूं ये कहना भी सतगुरु जी इनू प्रवान करो, थोड़े दर ते प्रसाद आया तो संगत विच वरताउण दी आग्ञा बख्शो। तो भोग भी या प्रवानगी भी उदों देनी है जदों गुरु साहब जी का मुख वाक हो जाए। मुख वाक क्यों गुरु साहब की आग्ञा भी हुण प्रवान करके संगत च वरता दो।
ਅਸੀਂ ਕਿਰਪਾਨ ਲਾ ਕੇ ਖੜੇ ਹੁੰਦੇ ਹਾਂ, ਉੱਧਰ ਅਰਦਾਸ ਹੋ ਰਹੀ ਹੁੰਦੀ ਹੈ, ਝੱਟ ਦੇਣੀ ਸੀ ਅਸੀਂ ਥੱਕਦੇ ਨਹੀਂ, ਲਾ ਦਿੰਦੇ ਭੋਗ ਵੀ ਲਓ ਜੀ ਹੁਣ ਅਸੀਂ ਗੁਰੂ ਸਾਹਿਬ ਨੂੰ ਖੁਸ਼ ਕਰ ਦਿੱਤਾ। ਅਰਦਾਸੀ ਨੇ ਬੋਲਿਆ ਵੀ ਹੁਣ ਲਾਵੋ ਭੋਗ ਹਰ ਰਾਏ, ਅਤੇ ਦੂਜੇ ਪਾਸੇ ਇੱਕ ਬੰਦਾ ਉੱਥੇ ਭੋਗ ਵਾਸਤੇ ਤਿਆਰ ਹੁੰਦਾ ਹੈ। ਇਹ ਗੱਲ ਠੀਕ ਹੈ ਕਿ ਜਦੋਂ ਪ੍ਰਸਾਦ ਦੇ ਕੋਲ ਬੰਦਾ ਖੜਨਾ ਚਾਹੀਦਾ, ਇਹ ਮਰਿਆਦਾ ਹੈ ਸਾਡੀ। ਇਹ ਵੀ ਨਹੀਂ ਵੀ ਅਸੀਂ ਲਾਪਰਵਾਹ ਹੋ ਜਾਈਏ, ਪ੍ਰਸਾਦ ਵਿੱਚ ਕੋਈ ਆ ਕੇ ਹੱਥ ਮਾਰ ਜਾਏ, ਕੋਈ ਬੱਚਾ ਆ ਕੇ, ਵੱਡਾ ਆ ਕੇ, ਇਹ ਵੀ ਨਹੀਂ ਹੈ। ਜੋ ਅਸੀਂ ਦੇਖਦੇ ਸੇਵਾਦਾਰ ਇਸ ਪੱਖੋਂ ਲਾਪਰਵਾਹ ਹੁੰਦੇ ਆ ਗੁਰਦੁਆਰਿਆਂ ਦੇ ਵਿੱਚ ਕਿ ਉਹਨਾਂ ਨੂੰ ਕੋਈ ਪਤਾ ਨਹੀਂ ਇਸ ਚੀਜ਼ ਦਾ। ਪਰ ਇਹ ਵੀ ਗੱਲ ਨਹੀਂ ਹੈ ਕਿ ਅਸੀਂ ਉਹਨੂੰ ਕਰਮਕਾਂਡੀ ਜੀਵਨ ਬਣਾਈਏ। ਮੈਂ ਵੀ ਸੇਵਾਦਾਰ ਹਾਂ, ਮੈਂ ਆਪਣੀ ਵੀ ਗੱਲ ਕਰ ਰਿਹਾ, ਅਸੀਂ ਲਾਪਰਵਾਹ ਹੁੰਦੇ ਹਾਂ। ਕਿਉਂਕਿ ਸਾਨੂੰ ਗੁਰਦੁਆਰੇ ਦੀ ਤਾਂ ਸੁਰਤ ਹੀ ਨਹੀਂ ਹੁੰਦੀ, ਆਪਣੀ ਸੇਵਾ ਦੀ ਤਾਂ ਸਾਨੂੰ ਪਤਾ ਹੀ ਨਹੀਂ ਵੀ ਸਾਡੀ ਸੇਵਾ ਕਿੱਥੇ ਲੱਗੀ ਹੈ। ਬਹੁਤਾ ਸਮਾਂ ਅਸੀਂ ਆਸੇ ਪਾਸੇ ਦਿੰਦੇ ਹਾਂ, ਅਸੀਂ ਸੋਚਦੇ ਕਿਸੇ ਤਰੀਕੇ ਨਾਲ ਇਹ ਟਾਈਮ ਲੰਘ ਜਾਏ, ਡਿਊਟੀ ਹੋ ਜਾਏ ਕਿਸ ਤਰੀਕੇ ਨਾਲ। ਅਸੀਂ ਇਹ ਨਹੀਂ ਸਮਝਦੇ ਵੀ ਇਹ ਸਾਡੀ ਸੇਵਾ, ਗੁਰੂ ਦੇ ਦਰ 'ਤੇ ਅਸੀਂ ਸੇਵਾ ਵਾਸਤੇ ਲੱਗੇ ਹੋਏ ਹਾਂ। ਤਾਂ ਗੁਰੂ ਸਾਹਿਬ ਨੇ ਚੰਗੇ ਭਾਗ ਬਣਾਏ ਨੇ ਵੀ ਆਪਣੀ ਸੇਵਾ ਵਾਸਤੇ ਸਾਨੂੰ ਇੱਥੇ ਲਾਇਆ ਹੋਇਆ। ਪਰ ਅਸੀਂ ਉਸ ਚੀਜ਼ ਨੂੰ ਨਾ ਸਮਝਣ ਕਰਕੇ ਇਸ ਭੁਲੇਖੇ ਵਿੱਚ ਵੀ ਸਮਾਂ ਟੱਪ ਜਾਏ, ਡਿਊਟੀ ਹੋ ਜਾਏ, ਇੱਦਾਂ ਦਿਨ ਨਿਕਲ ਗਿਆ ਵੀ ਡਿਊਟੀ ਹੋ ਗਈ, ਗੱਲ ਖਤਮ ਹੋ ਗਈ। ਇਸ ਕਰਕੇ ਇਹ ਵੀ ਗੱਲ ਨਹੀਂ ਹੈ, ਦੋਨਾਂ ਚੀਜ਼ਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਜਿਹੜੀ ਪ੍ਰਵਾਨਗੀ ਹੈ ਉਹ ਕੜਾ ਪ੍ਰਸਾਦ ਦੀ ਦੇਗ ਨੂੰ ਪ੍ਰਵਾਨਗੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕੋਈ ਮੂਰਤ ਨਹੀਂ ਹਨ। ਸਤਿਗੁਰੂ ਜਾਗਤਾ ਹੈ ਦੇਵ, ਸਤਿਗੁਰੂ ਜਾਗਤੀ ਸਰੂਪ ਹੈ, ਜਾਗਤ ਜੋਤ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਗਤ ਜੋਤ ਜਪੈ ਨਿਸਵਾਸੁਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬਿਰਤ ਗੋੜ ਮੜੀ ਮਟ ਭੁੱਲ ਨਾ ਮੰਨੈ। ਸਿੱਖ ਇਹਨਾਂ ਨੂੰ ਭੁੱਲ ਕੇ ਵੀ ਨਹੀਂ ਬੰਦਾ। ਕਬੀਰ ਸਾਹਿਬ ਕਹਿੰਦੇ ਨੇ ਜਗਤ ਭੁੱਲਿਆ ਹੋਇਆ ਹੈ, ਮਾਲਨ ਤੂੰ ਭੁੱਲੀ ਹੋਈਆਂ, ਪਰ ਅਸੀਂ ਨਹੀਂ ਭੁੱਲੇ ਖੇਜ ਕਿਉਂ? ਕਹਿੰਦੇ ਕਹੋ ਕਬੀਰ ਹਮ ਰਾਮ ਰਾਖੇ। ਕਬੀਰ ਸਾਹਿਬ ਆਖਣ ਲੱਗੇ, ਕਹਿੰਦੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ, ਪਰਮੇਸ਼ਰ ਨੇ, ਕਹਿੰਦੇ ਨੇ ਆਪਣੀ ਮਿਹਰ ਕਰਕੇ ਇਸ ਭੁਲੇਖੇ 'ਚੋਂ ਬਚਾ ਲਿਆ। ਕਿਰਪਾ ਕਰ ਹਰ ਰਾਏ, ਹਰੀ ਜੀ ਨੇ ਕਿਰਪਾ ਕਰਕੇ ਨਾ, ਕਬੀਰ ਸਾਹਿਬ ਆਖ ਰਹੇ ਨੇ ਕਿ ਮੈਨੂੰ ਇਸ ਭੁਲੇਖੇ ਵਿੱਚੋਂ ਬਚਾ ਲਿਆ, ਇਸ ਭੁਲੇਖੇ 'ਚੋਂ ਮੈਂ ਬਚ ਗਿਆ। ਮੈਨੂੰ ਸਮਝ ਆ ਗਈ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਕੁਦਰਤ ਵਿੱਚ ਵਸਦਾ ਹੈ, ਇਸ ਕਰਕੇ ਉਹਦੀ ਕੁਦਰਤ ਦਾ ਸਤਿਕਾਰ ਕਰਨਾ ਇਹੀ ਰੱਬ ਦੀ ਪੂਜਾ ਹੈ। ਅਸੀਂ ਰੋਜ਼ ਇਹ ਸ਼ਬਦ ਪੜ੍ਹਦੇ ਹਾਂ, ਗਗਨ ਮੈਂ ਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨ ਆਲਨੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਔਰ ਇਹ ਸ਼ਬਦ ਐਸਾ ਹੈ ਜਿਹੜੀ ਸਾਰੀ ਮਾਨਵਤਾ ਨੂੰ ਆਪਣੀ ਗਲਵਕੜੀ ਵਿੱਚ ਲੈ ਸਕਦਾ ਹੈ। ਜਦੋਂ ਬੰਬੇ ਦੇ ਅੰਦਰ ਬਹੁਤ ਵੱਡੀ ਕਾਨਫਰੰਸ ਹੋ ਰਹੀ ਸੀ, ਉਹਦੇ ਵਿੱਚ ਰਵਿੰਦਰ ਨਾਥ ਟੈਗੋਰ ਜੀ ਨੂੰ ਗੱਲ ਆਖੀ ਗਈ ਸੀ ਕਿ ਟੈਗੋਰ ਜੀ ਤੁਸੀਂ ਕਵਿਤਾ ਲਿਖਣ ਦਾ ਮਾਦਾ ਰੱਖਦੇ ਹੋ, ਤੁਹਾਡਾ ਹਿਰਦਾ ਕਵੀਆਂ ਦਾ ਹਿਰਦਾ ਹੈ, ਕੋਈ ਐਸੀ ਕਵਿਤਾ ਸੁਣਾਓ ਜਿਹੜੀ ਸਾਰੀ ਮਾਨਵਤਾ ਨੂੰ ਆਪਣੀ ਗਲਵਕੜੀ ਵਿੱਚ ਲੈ ਲਵੇ। ਤਾਂ ਉਸ ਵੇਲੇ ਰਵਿੰਦਰ ਨਾਥ ਟੈਗੋਰ ਜੀ ਨੇ ਇਹ ਕਲਾਮ ਸੁਣਾਇਆ ਸੀ ਸਾਰੇ ਲੋਕਾਂ ਦੇ ਵਿੱਚ, ਜਿਹੜੇ ਕਿ ਵੱਖ-ਵੱਖ ਧਰਮਾਂ ਦੇ ਲੋਕ ਆਏ ਸਨ। ਉਹਨਾਂ ਨੇ ਕਿਹਾ, ਧਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨ ਆਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਲੋਕਾਂ ਨੇ ਪੁੱਛਿਆ ਅਰਥ ਕੀ ਹੈ? ਵੀ ਜਿਹੜੀ ਕਵਿਤਾ ਤੁਸੀਂ ਸੁਣਾਈ, ਉਹਨਾਂ ਨੇ ਦੱਸਿਆ ਵੀ ਇਹ ਕਵਿਤਾ ਮੇਰੀ ਨਹੀਂ ਹੈ, ਇਹ ਕਵਿਤਾ ਗੁਰੂ ਨਾਨਕ ਪਾਤਸ਼ਾਹ ਜੀ ਦੀ, ਇਹ ਬੋਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਗਗਨ ਰੂਪੀ ਥਾਲ ਹੈ, ਰਵ ਅਤੇ ਚੰਦ ਇਸ ਥਾਲ ਦੇ ਅੰਦਰ ਦੋ ਦੀਵੇ ਰੱਖੇ ਹੋਏ ਹਨ। ਤਾਰਕਾ ਮੰਡਲ ਜਿਤਨੇ ਤਾਰੇ ਨੇ ਉਹ ਸਾਰੇ ਦੇ ਸਾਰੇ ਇਹਦੇ ਵਿੱਚ ਮੋਤੀ ਰੱਖੇ ਹੋਏ ਨੇ। ਧੂਪ ਮਨ ਆਲੋ, ਹਿਮਾਲਿਆ ਤੋਂ ਆਉਣ ਵਾਲੀ ਜਿਹੜੀ ਹਵਾ ਹੈ ਉਹ ਧੂਪ ਦੇ ਰਹੀ ਹੈ ਸਾਰੀ ਸ੍ਰਿਸ਼ਟੀ ਨੂੰ, ਅਤੇ ਪਵਨ ਚਵਰੋ ਕਰੇ, ਜਿਹੜੀ ਹਵਾ ਹੈ ਉਹ ਚਵਰ ਕਰ ਰਹੀ ਹੈ। ਸਗਲ ਬਨ ਰਾਏ ਫੁਲੰਤ ਜੋਤੀ, ਅਤੇ ਸਾਰੀ ਜਿਹੜੀ ਬਨਸਪਤੀ ਹੈ ਉਹ ਫੁੱਲ ਨੇ। ਔਰ ਸਾਨੂੰ ਇਹ ਸਿਧਾਂਤ ਬਖਸ਼ਿਆ ਮਹਾਰਾਜ ਨੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜੈ ਲਖਿਆ। ਇਸ ਕਰਕੇ ਇਹ ਗੱਲਾਂ ਸਮਝਣ ਦੀ ਲੋੜ ਹੈ, ਕਿਉਂਕਿ ਜਦੋਂ ਦਾਸ ਇੱਥੇ ਆਇਆ ਅਤੇ ਇੱਥੇ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਦੇਖਿਆ ਸੀ ਕਿ ਆਰਤੀ ਹੁੰਦੀ ਸੀ ਅਤੇ ਲੋਕ ਦੂਰੋਂ ਗੁਰੂ ਮਹਾਰਾਜ ਨੂੰ ਫੁੱਲ ਮਾਰਦੇ ਸਨ ਬੜੀ ਜ਼ੋਰ ਦੀ। ਅਤੇ ਪਹਿਲੀ ਵਾਰ ਜਦੋਂ ਮੈਂ ਆਇਆ, ਇੱਥੇ ਪੁਰਾਣਾ ਗੁਰਦੁਆਰਾ ਹੁੰਦਾ ਸੀ, ਬੜੀ ਤੇਜ਼ ਵਰਖਾ ਕੀਤੀ, ਬੜੀ ਤੇਜ਼ ਫੁੱਲ ਮੇਰੇ ਵੀ ਆ ਕੇ ਅੱਖਾਂ 'ਚ ਵੱਜੇ। ਅਤੇ ਮੈਂ ਸੰਗਤ ਨੂੰ ਬੇਨਤੀ ਕੀਤੀ ਕਿ ਇਹ ਜੋ ਤੁਸੀਂ ਕਰ ਰਹੇ ਹੋ ਇਹ ਕਰਮ ਕਾਂਡਿਆਂ ਦੀ ਲੱਗਦਾ ਤੁਹਾਡੇ ਉੱਤੇ ਕਿਤੇ ਪਰਛਾਵਾਂ ਪੈ ਗਿਆ। ਗੁਰਮਤ ਇਸ ਤਰ੍ਹਾਂ ਦੇ ਫੁੱਲ ਕਰਨ ਨੂੰ, ਕਿਉਂਕਿ ਪਹਿਲਾਂ ਫੁੱਲ ਲੈ ਕੇ ਆਓ, ਉਹਨਾਂ ਨੂੰ ਫੁੱਲਾਂ ਨੂੰ ਖਿੰਡਾਓ,
उन्होंने जुदा जुदा करो, फिर जो गुरु साहब दे अर्पण करो, फिर 4 घंटे सफाई करो। ये कोई कर्मकांडी नहीं है। और संगत ने ਇੱਥੇ ਦੀ ਨੇ ਗੱਲ ਨੂੰ ਮੰਨਿਆ। ਉਸ ਵੇਲੇ ਮੈਂ ਬੇਨਤੀ ਕੀਤੀ ਸੀ, ਪ੍ਰਮਾਣ ਕੀਤਾ। ਅੱਜ ਗੁਰੂ ਸਾਹਿਬ ਦੀ ਕਿਰਪਾ ਕਿ 7 ਸਾਲ ਲਗਭਗ 10 ਨੂੰ ਵੀ ਸ਼ਾਇਦ ਹੋ ਗਏ ਕਿ ਉਸ ਦਾ ਦਿਨ ਹੈ। ਉਸ ਤੋਂ ਬਾਅਦ ਅੱਜ ਤੱਕ ਫੁੱਲਾਂ ਦੀ ਵਰਖਾ ਨਹੀਂ ਹੋਈ, ਕਿਉਂਕਿ ਫੁੱਲਾਂ ਦੀ ਵਰਖਾ ਅਸੀਂ ਨਹੀਂ ਕਰ ਸਕਦੇ, ਉਹ ਤਾਂ ਆਟੋਮੈਟਿਕ ਗੁਰੂ ਸਾਹਿਬ ਕਹਿ ਰਹੇ ਹੁੰਦੀ ਪਈ ਹੈ। ਇਸ ਕਰਕੇ ਜਿਹੜੇ ਸਿੱਖੀ ਦੇ ਬਰੀਕੀਆਂ ਨੇ, ਸਿੱਖੀ ਦੇ ਸਿਧਾਂਤ ਨੇ, ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਅਤੇ ਅਸੀਂ ਮੂਰਤੀ ਪੂਜਕ ਨਹੀਂ ਹਾਂ। ਸਾਡੇ ਵਾਸਤੇ ਇੱਕ ਵਚਨ ਕਹਿ ਕੇ ਸਮਾਪਤੀ ਕਰਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਸਿੱਖ ਜਿਹੜਾ ਅਕਾਲ ਪੁਰਖ ਦਾ ਪੁਜਾਰੀ ਹੈ, ਕਿਸੇ ਮੂਰਤੀ ਦਾ ਪੁਜਾਰੀ ਨਹੀਂ ਹੈ। ਔਰ ਜਿਹੜਾ ਮੂਰਤੀ ਦਾ ਪੁਜਾਰੀ ਹੈ, ਮਾਫ਼ ਕਰਨਾ, ਉਹ ਸਿੱਖ ਨਹੀਂ ਹੈ। ਬਸ ਇਤਨੀ ਗੱਲ ਹੈ। ਔਰ ਸਿੱਖ ਕਿਸੇ ਪੱਥਰ ਦੀ ਪੂਜਾ ਨਹੀਂ ਕਰਦਾ, ਕਿਉਂਕਿ ਭਗਤ ਨਾਮਦੇਵ ਜੀ ਆਖਦੇ ਨੇ ਕਿ ਇੱਕ ਹੈ ਪਾਥਰ ਕੀਜੈ ਪਹਾਓ, ਦੂਜੇ ਪਾਥਰ ਰੱਖੀਐ ਪਾਉ। ਜੇ ਇਹ ਦੇਵ ਤਾਂ ਉਹ ਵੀ ਦੇਵਾ, ਕਹਿ ਨਾਮਦੇਵ ਹਮ ਹਰ ਕੀ ਸੇਵਾ। ਜਿਸ ਪੱਥਰ ਦੀ ਮੂਰਤੀ ਬਣੀ, ਜੇ ਉਹ ਦੇਵਤਾ ਹੈ, ਜਿਹੜਾ ਪੱਥਰ ਸੜਕ 'ਤੇ ਲੱਗਿਆ ਜਿੱਥੇ ਪੈਰ ਰੱਖ ਕੇ ਆ ਰਹੇ, ਫਿਰ ਉਹ ਵੀ ਦੇਵਤਾ ਹੈ। ਇੱਕ ਦਾ ਤਿਰਸਕਾਰ, ਇੱਕ ਦਾ ਐਡਾ ਸਤਿਕਾਰ। ਗੁਰੂ ਸਾਹਿਬ ਕਹਿੰਦੇ ਵੀ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਇਸ ਕਰਕੇ ਸਾਰੀ ਕੁਦਰਤ ਨੂੰ, ਵਾਹਿਗੁਰੂ ਜੀ ਦੀ ਇਸ ਬਣਾਈ ਹੋਈ ਕਾਇਨਾਤ ਨੂੰ ਪਿਆਰ ਕਰੀਏ। ਔਰ ਜੇ ਗੁਰੂ ਨਾਨਕ ਦੇ ਇਸ ਫਿਲਾਸਫੀ ਅਤੇ ਭਗਤਾਂ ਦੀ ਵਿਚਾਰਧਾਰਾ ਨੂੰ ਸਾਰਾ ਸੰਸਾਰ ਅਪਣਾ ਲੈਂਦਾ ਹੈ, ਜੋ ਅੱਜ ਅਸੀਂ ਦੇਖ ਰਹੇ ਹਾਂ ਯੂਕਰੇਨ ਦੇ ਅੰਦਰ ਔਰ ਜੋ ਰੂਸ ਦੇ ਅੰਦਰ ਹੋ ਰਿਹਾ ਹੈ, ਜੇ ਗੱਲ ਸਮਝ ਆ ਜਾਏ ਤਾਂ ਮਨੁੱਖਤਾ ਦਾ ਘਾਣ ਨਾ ਕੀਤਾ ਜਾਏ, ਮਨੁੱਖਤਾ ਦੇ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਨਾ ਕੀਤਾ ਜਾਏ। ਪਰ ਸਾਨੂੰ ਉਸ ਦੀ ਕੁਦਰਤ ਨਾਲ ਪਿਆਰ ਨਹੀਂ, ਕੁਦਰਤ ਦੀ ਸਮਝ ਨਹੀਂ। ਆਪੋ ਆਪਣੇ ਹੰਕਾਰ ਵਿੱਚ, ਈਗੋ ਵਿੱਚ ਅਸੀਂ ਉਸ ਦੀ ਬਣਾਈ ਕੁਦਰਤ ਨੂੰ ਭੰਨ ਰਹੇ ਹਾਂ, ਤੋੜ ਰਹੇ ਹਾਂ ਔਰ ਸਮਝ ਰਹੇ ਹਾਂ ਕਿ ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾ ਰਹੇ ਹਾਂ। ਇਹ ਨੀਵਾਂ ਇੱਕ ਦੂਜੇ ਨੂੰ ਨਹੀਂ, ਇਹ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ, ਆਉਣ ਵਾਲੀ ਪੀੜ੍ਹੀਆਂ ਨੂੰ ਅਸੀਂ ਜੋ ਬਹੁਤ ਵੱਡਾ ਉਹਨਾਂ ਦੇ ਵਾਸਤੇ ਖੂਹ ਪੁੱਟ ਕੇ ਜਾ ਰਹੇ ਹਾਂ, ਜਿਹੜੇ ਉਹ ਖੂਹ 'ਚ ਆਉਣ ਵਾਲੇ ਟਾਈਮ 'ਚ ਡਿੱਗਣਗੀਆਂ। ਔਰ ਸੱਚ ਹੈ, ਜੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਸੀਂ ਮੰਨ ਲਈਏ ਤਾਂ ਕੋਈ ਦੇਸ਼ ਦੀ ਸੀਮਾ ਬੋਰਡਰ ਨਹੀਂ ਰਹੇਗਾ। ਜੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਮੰਨ ਲਈਏ, ਕੋਈ ਜਾਤ ਨਹੀਂ ਰਹੇਗੀ। ਸਾਰਿਆਂ ਦਾ ਧਰਮ ਇੱਕ ਹੋਏਗਾ, ਉਹ ਹੋਏਗਾ ਅਕਾਲ ਪੁਰਖ ਵਾਹਿਗੁਰੂ ਦਾ ਧਰਮ, ਰੱਬ ਨੂੰ ਮੰਨਣ ਵਾਲਾ ਧਰਮ, ਮਾਨਵਤਾ ਵਾਲਾ ਧਰਮ, ਇਨਸਾਨੀਅਤ ਵਾਲਾ ਧਰਮ। ਗੁਰੂ ਕਿਰਪਾ ਕਰੇ ਕਿ ਇਸ ਸ਼ਬਦ ਦੀ ਵਿਚਾਰ ਦਾ ਮੈਂ ਸਮਾਂ ਵੀ ਥੋੜ੍ਹਾ ਜ਼ਿਆਦਾ ਲੱਗ ਗਿਆ, ਉਸ ਲਈ ਮੇਰੀ ਭੁੱਲਾਂ ਮੇਰੀ ਝੋਲੀ ਵਿੱਚ ਗੁਰੂ ਕੇ ਸ਼ਬਦ ਆਪਣੇ ਹਿਰਦੇ 'ਚ ਵਸਾ ਲੈਣਾ। ਆਪ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਬੜੇ ਪ੍ਰੇਮ ਨਾਲ ਗੁਰੂ ਕੇ ਬਚਨਾਂ ਨੂੰ ਆਪ ਜੀ ਨੇ ਸਰਵਣ ਕੀਤਾ ਔਰ ਸਮਝਣ ਦਾ ਯਤਨ ਕੀਤਾ ਹੋਏਗਾ ਵੀ ਜੋ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਉਸ ਗੱਲ ਨੂੰ ਅਸੀਂ ਸਮਝਦੇ ਹੋਏ ਆਪਾਂ ਜੋ ਮੂਰਤੀ ਪੂਜਾ ਤੋਂ ਉੱਠ ਕੇ ਉੱਪਰ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਬਣੀਏ ਅਤੇ ਗੁਰੂ ਸਾਹਿਬ ਜੀ ਦੇ ਜਿਤਨੇ ਵੀ ਆਦਰ ਸਤਿਕਾਰ ਆਪਾਂ ਆਪਣੇ ਵੱਲੋਂ ਕਰ ਸਕਦੇ ਉਹ ਕਰੀਏ। ਆਪਣੇ ਵੱਲੋਂ ਕਰਮਕਾਂਡੀ ਜੀਵਨ ਜੀ ਕੇ ਜਾਂ ਕਰਮਕਾਂਡ ਗੁਰੂ ਸਾਹਿਬ ਦੇ ਸਾਹਮਣੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਨਿਰਾਦਰ ਹੈ, ਉਹ ਆਪਾਂ ਨਾ ਕਰੀਏ। ਬਸ ਇਤਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।